स्क्रिप्ट है ना कैसे सुनाओ लगा इसकी लाइनें याद करनी पड़ेंगी ये अपनी लाइन बोलो मैं तुम्हारे बिन बिल्कुल भी नहीं रह सकती थैंक यू किसी फैमिली में मत रहना सिर्फ स्क्रिप्ट पढ़ी है मैंने तो ये अगली लाइन अस्सलाम वालेकुम वाले किधर वाले ओह नो ओए होए की हो गया एक मिनट गल सुन मैं तेरी कोई गाल आज नहीं सुनी मैं तेनू नहीं छड़ना ओए मैं भी बिला वजह ही रानी तो बनी है बहुत सही मैं नहीं रहना तेरे को अब बात है ना सारी जिंदगी मेरे को ही बैठी है बैठ जाना हो गया मैं तेरे मुंह ते चट मारी तू जो मेरे कीते अब मेरी इज्जत की जगह बैठ जा फिर चुप करके तेरी मन खा तू चल इधर बैठ जा पहले आराम से बैठे बात तो करे ना हुआ क्या है आखिर तू मैनू कहा सी ना कि जा थाईलैंड हां है ते की जे होया मजा नहीं आया वे मैं ਉੱਥੇ ਮਜ਼ੇ ਲੈਂਦੀ ਸਾਂ ਮੇਰੀ ਗੱਲ ਸੁਣ ਪਰ ਜੁੱਤੀ ਦੇ ਵਿੱਚ ਤੇਰੀ ਚ ਕਿੱਲ ਬਾਹਰ ਆਇਆ ਹੁੰਦਾ ਅਕਸਰ ਤੂੰ ਮੋਚੀ ਕੋ ਠਕਾਨੀ ਹੁੰਨੀ ਇਹਨੂੰ ਥੱਲੇ ਰੱਖ ਹੱਥ ਨਾਲ ਠੀਕ ਮਨ ਦੱਸ ਕੀ ਕੀਤਾ ਈ ਮੇਰੇ ਨਾਲ ਹੈ ਕੀ ਇਹ ਤੇ ਅੱਲਾ ਮੈਨੂੰ ਬਚਾਉਣ ਵਾਲਾ ਉਹ ਤੇ ਮੇਰੀ ਨੀਅਤ ਚੰਗੀ ਮੈਂ ਨੀਅਤ ਦੀ ਚੰਗੀ ਔਰਤ ਆ ਤੇ ਮੇਰੇ ਨਾਲ ਕੁਝ ਨਹੀਂ ਹੋਇਆ आखिर हुआ क्या ਮੈਂ ਕੀ ਕੀਤਾ ਹੈ ਆਹੋ दसो तो सही होया की सी ਹੋਣਾ ਕੀ ਸੀ ਮੈਨੂੰ ਕਹਿੰਦਾ ਆਪਾ ਜੀ ਮੇਰਾ ਵੀਜ਼ਾ ਐਕਸਪਾਇਰ ਹੋ ਰਿਹਾ ਸੀ ਅੱਛਾ। ਮੈਨੂੰ ਕਹਿੰਦਾ ਆਪਾ ਜੀ ਵੀਜ਼ਾ ਐਕਸਪਾਇਰ ਨਾ ਕਰੋ ਵੀਜ਼ਾ ਐਕਸਪਾਇਰ ਹੋ ਜਾਏ ਤੇ ਕਿਸੇ ਹੋਰ ਮੁਲਕ ਨੇ ਤੁਹਾਨੂੰ ਵੀਜ਼ਾ ਨਹੀਂ ਦੇਣਾ ਬਿਲਕੁਲ ਸਹੀ ਹੈ ਠੀਕ ਹੈ ਤੇ ਤੁਸੀਂ ਜਾਓ अच्छा ਤੇ ਮੈਂ ਕਿਹਾ ਤੂੰ ਤੇ ਬੜੇ ਮੁਲਕਾਂ 'ਚ ਪਹਿਲੇ ਫਿਰਿਆ ਮੈਂ ਪਹਿਲੀ ਦਫਾ ਜਾ ਰਹੀ ਹਾਂ ਮੈਨੂੰ ਦੱਸ ਦੇ ਕਿੰਨੇ ਪੈਸੇ ਕੋਲ ਹੋਣੇ ਚਾਹੀਦੇ ਨੇ ਠੀਕ ਹੈ ਕਹਿੰਦਾ ਤੁਸੀਂ ਬਸ ਲੱਖ ਰੁਪਈਆ ਕਰ ਲਓ ਮੈਂ ਜਨਾਬ ਜੀ ਮੇਰੇ 80-90,000 ਫੜਿਆ ਮੈਂ ਹੀ ਸੀ ਮੈਂ ਕਿਹਾ ਇੰਨੇ ਹੀ ਚਾਹੀਦੇ ਹੋਣਗੇ ਤੇ ਮੈਂ ਲੱਖ ਰੁਪਏ ਦੇ ਨਾਲ ਜਾ ਕੇ $260 ਲੈ $60 ला $260 ਜੇਬ 'ਚ ਮੈਂ ਪਾਇਆ हाँ ਤੇ ਲਾਹੌਰ 에어ਪੋਰਟ ਤੇ ਤੁਸੀਂ ਮੰਗਿਆ ਨਹੀਂ ਵੇ ਮੈਂ ਤੈਨੂੰ ਮੰਗਣਾ ਨਹੀਂ ਲੱਗਣੀ पापा बैठ जा ਹੋਰ बैठ के ਮਿਨਿਸਟਰ बात ਲੱਗਣੀ ਆਪਾਂ ਬੈਠ ਕੇ ਮੰਗਣ ਵਾਲੀ ਲੱਗਣੀ ਖਾਨਾ ਖਰਾਬਾ ਲਾਹੌਰ 에어ਪੋਰਟ ਤੇ ਮੈਂ ਜਦੋਂ 에어ਪੋਰਟ ਗਈ ਆ ਮੈਨੂੰ ਰਸਤੇ 'ਚ ਮੈਨੂੰ ਕਿਸੇ ਨੇ ਕਿਹਾ ਹੈ हाँ ਕਿ ਤੂੰ ਚੱਲੀ ਹੈ ਤੇਰੇ ਕੋਲ $1000 ਹੋਣਾ ਕਿੰਨੇ ਕਿਹਾ ਚਾਹੀਦਾ ਰਸਤੇ 'ਚ ਕੌਣ ਖਿਲਾ ਰਿਹਾ ਸੀ ਤੂੰ ਕਿ ਜਿਹਨੇ ਤੈਨੂੰ ਕਿਹਾ ਰਸਤੇ 'ਚ ਕੌਣ ਮੇਰੀ ਸਹੇਲੀ ਸਹੇਲੀਆਂ ਦਾ ਜੇ- ਕਹਿਣ ਤੇ ਲੱਗੀ ਸਹੇਲੀਆਂ ਦੇ ਕਹਿਣ ਤੇ ਗੱਲ ਸਹੀ ਸੀ ਕੀ? 에어ਪੋਰਟ ਵਾਲੇ $1000 ਸ਼ੋ ਮਨੀ ਮੰਗਦੇ ਨੇ तेरा भी वैसे सानू पता ही है जेड़े तू मशवरे देना ਤੈਨੂੰ ਮਸ਼ਵਰਾ ਦਿੱਤਾ ਸੋਹਣੀ नहीं ਲੱਗ ਰਹੀ तू केड़ा मशवरा दिता मैं आप तैयार हो के आई हूं ਤੂੰ ਟਿੰਡ ਕਰਾਵੇਂ ਨਾ ਤੇ ਬਿਹਤਰੀਨ ਸੋਹਣੀ पहले जा मम्मा आप करा टेंड हां जी फिर ਮੈਂ तू ਤੇ ਤੇਰੀ ਹੁਣ ਮੈਂ ਕਰਾਂਗੀ ਲਿਤਰਾ ਨਾਲ ਉਹ ਕਾਹਦੇ ਤੂੰ ਮੈਂ ਤੈਨੂੰ ਕੀ ਮੱਛਾ ਮਸ਼ਵਰਾ ਦਿੱਤਾ ਉਹ ਤੇ ਅੱਲਾ ਨੇ ਕੀਤਾ ਮੇਰਾ ਸ਼ੁਕਰ ਅਲਹਮਦੁਲਿਲਾ ਨਾ ਹੈ ਲੋਕ ਪਿਆਰ ਕਰਦੇ ਨੇ ਮੈਨੂੰ ਹਾਂਜੀ। 에어ਪੋਰਟ ਵੜੀਆਂ ਲਾਹੌਰ ਦੇ ਉਹਨਾਂ ਨੇ ਕਿਹਾ ਮੈਡਮ ਨੂੰ ਜਾਣਦੇ ਹੋ ਮੈਡਮ ਕੋਲ ਕੋਈ ਸਵਾਲ ਜਵਾਬ ਨਾ ਕਰਨਾ ਮੈਂ ਕਿਹਾ ਸ਼ੁਕਰ ਹੈ ਹੁਣ ਮੇਰੇ ਕੋਲ $250 ਤੇ ਨਾਲ ਜਿਹੜੀ ਸਵਾਰੀਆਂ ਸਨ हाँ ਉਹ ਮੈਨੂੰ ਵੱਖਰਾ ਡਰਾਈ ਜਾਣ ਕੇ ਥਾਈਲੈਂਡ ਵਿੱਚ ਫੜ ਲੈਣਗੇ ਉਹ ਤੇ ਅੰਦਰ ਨਹੀਂ ਜਾਣ ਦੇਣਗੇ ਕਿੰਨੇ ਤੁਹਾਨੂੰ ਪ੍ਰੋਟੋਕੋਲ ਦਿੱਤਾ ਇਹ ਲਾਹੌਰ 에어ਪੋਰਟ ਤੇ ਜਾਂਦੇ ਆ ਕੀ ਕਿਸ ਵਜ੍ਹਾ ਤੋਂ ਕੀ ਇਮੀਗ੍ਰੇਸ਼ਨ ਵਾਲਿਆਂ ਨੇ ਉਹਨਾਂ ਨਹੀਂ ਨੇ ਵਜ੍ਹਾ ਕੀ ਕਿਉਂ ਕਿਹਾ ਇਹ ਆਰਟਿਸਟ ਆ ਮੈਂ ਅੱਛਾ ਟਿਕਟੋਕਰ ਯੂਟਿਊਬਰ ਜੀ ਜੀ ਹੈ ਇੰਸਟਾਗ੍ਰਾਮਰ ਉਹ ਵੀ ਵਜ੍ਹਾ ਤੋਂ ਤੁਹਾਨੂੰ ਦਿੱਤਾ ਹੈ ਜੀ ਜੀ ਕਿਸੇ ਪਛਾਣਿਆ ਤੁਹਾਨੂੰ ਉੱਥੇ ਹੋਰ ਮੈਂ ਤੇਰੀ ਅੰਮੀ ਸਾਂ ਕਿ ਮੈਨੂੰ ਪ੍ਰੋਟੋਕੋਲ ਮਿਲਦਾ ਮੇਰੀ ਅੰਮੀ ਨੂੰ ਪ੍ਰੋਟੋਕੋਲ ਮਿਲਦਾ ਕੀ ਗੱਲ ਕਰਦੀ ਹੈ ਨਹੀਂ ਸਹੀ ਦੱਸ ਵਾਕਈ ਪਛਾਣਿਆ ਉੱਥੇ ਲੋਕਾਂ ਹਾਂ ਉਹਨਾਂ ਨੇ ਇੰਨਾ ਪ੍ਰੋਟੋਕੋਲ ਦਿੱਤਾ ਇੱਜ਼ਤ ਨਾਲ ਮਨ ਜਹਾਜ਼ ਤੱਕ ਛੱਡ ਕੇ ਆਏ ਉੱਥੇ ਇੱਕ ਛੋਟਾ ਬੱਚਾ ਸੀ ਆਪਣੀ ਮਾਂ ਨੂੰ ਕਹਿੰਦਾ ਅੰਮੀ ਉਹ ਮੱਝ ਵੇ ਮੈਂ ਤੇਰਾ ਬੜਾ ਬੁਰਾ ਹਾਲ ਕਰ ਦੇਣਾ ਹੀ ਇੱਥੇ ਕੀ ਕਰ ਤੁਸੀਂ ਇਹਨਾਂ ਨੂੰ ਮੱਝ ਕਹਿ ਰਹੇ ਹੋ ਆਹੋ, ਤੇ ਤੁਹਾਨੂੰ ਕਿਸ ਪਾਸੋਂ ਮੱਝ ਲੱਗਦੇ ਨੇ ਉਹਦੀ ਕਮੀ ਜੰਨਤ ਤੋਂ ਆਈ ਹੂਰ ਲੱਗਦੀ ਅਗਲੀ ਤੁਹਾਨੂੰ ਮੱਝ ਕਹਿ ਰਹੀਆਂ ਨੇ ਉਹ ਜੀ ਉਹ ਰਲੀਆਂ ਉਹ ਤੁਸੀਂ ਆਪਸ ਚ ਇੱਕ ਦੂਜੇ ਦੀਆਂ ਤਾਰੀਫਾਂ ਕਰੀ ਜਾਂਦੇ ਡੀਆਂ ਵੇ ਚੁੱਪ ਕਰ ਵੇ ਮੈਨੂੰ ਨੱਲਿਆ ਦੱਸ 에어ਪੋਰਟ ਤੇ ਕਿਹਨੇ ਦਿੱਤਾ ਤੈਨੂੰ ਯਾਰ ਇੱਥੋਂ ਤੇ ਨਿਕਲ ਗਈ ਅੱਗੇ ਜਦੋਂ ਮੈਂ ਗਈ ਆ ਫਲਾਈਟ ਕਿਹੜੀ ਸੀ ਤੇਰੀ ਹੈ ਫਲਾਈਟ ਕਿਹੜੀ ਸੀ ਫਲਾਈਟ ਸ੍ਰੀਲੰਕਨ ਫਲਾਈਟ ਸੀ ਉਹ ਪਹਿਲੇ ਤੇ ਮਜ਼ਾ ਉਹਨਾਂ ਆਇਆ ਆ ਹੋਣਾ ਬੜਾ ਮਜ਼ਾ ਆਇਆ ਗਾਲਾਂ ਕੱਢੀਆਂ ਸਸਤੀ ਟਿਕਟ ਦੇ ਚੱਕਰ ਵਿੱਚ 9 ਘੰਟੇ ਦਾ ਸਟੇ ਸੀ ਸ੍ਰੀਲੰਕਾ 'ਚ ਓਏ ਉਹਦਾ 에어ਪੋਰਟ ਬਹੁਤ ਪਿਆਰਾ ਹੈ 에어ਪੋਰਟ ਬਹੁਤ ਪਿਆਰਾ ਹੈ ਇੱਕੋ ਜਗ੍ਹਾ ਤੇ ਘੁੰਮੀ ਜਾ ਰਹੀ ਹੈ ਚਾਰਜਰ ਲਾਉਣ ਵਾਸਤੇ ਸੁੱਚ ਨਹੀਂ ਸੀ ਲੱਭਣ ਡਿਆ ਉਹ ਸ੍ਰੀਲੰਕਾ ਮੇਰਾ ਦਿਲ ਕਰੇ ਕਿ ਤੇਰੀ ਨਾਸਾ 'ਚ ਸੋਚਦਾ ਉਸ ਵੇਲੇ ਉੱਥੇ ਵੀ ਮੈਂ ਤੈਨੂੰ ਗਾਲਾਂ ਹੀ ਕੱਢੀਆਂ ਇੱਥੇ ਮੂੰਹ ਤੇ ਬਹਿ ਕੇ ਕੱਢੋ ਨਾ ਮਜ਼ਾ ਆਏ ਮੂੰਹ ਤੇ ਮੈਂ ਅੱਜ ਕੁੱਟ ਕੇ ਜਾਣਾ ਮੈਨੂੰ ਛੱਡਣਾ ਹੀ ਮੈਂ ਨਹੀਂ ਤੇ ਕਹਿੰਦੀ ਲਾਓ ਪੰਜਾ ਫਿਰ ਅੱਜ ਉੱਥੋਂ ਜਨਾਬ ਜੀ ਮੈਂ ਜਦੋਂ ਥਾਈਲੈਂਡ 에어ਪੋਰਟ ਤੇ ਉਤਰੀਆਂ 1.5 ਘੰਟਾ ਤੇ ਪੈਦਲ ਤੁਰਨਾ ਪੈਂਦਾ ਹਰ 에어ਪੋਰਟ ਤੇ ਮੈਂ ਹਿਸਾਬ ਲਾਇਆ ਬਹੁਤ ਪੈਦਲ ਤੁਰਨ ਤੇ ਤੁਸੀਂ ਭੈੜੇ ਹੋ ਤੁਸੀਂ ਜਰਾ ਕੋ ਬਹੁਤਾ ਤੁਰੋ ਤੇ ਤੁਹਾਨੂੰ ਸੂਸੂ ਆ ਜਾਂਦਾ
ਫਿਰ ਬਕਵਾਸ ਮੇਰੀ ਗੱਲ ਸੁਣ ਬੇਟਾ ਤੂੰ ਇੱਧਰ ਬਹਿ ਮੈਨੂੰ ਇੱਥੇ ਬਹਿਣ ਦੇ ਨੇੜੇ ਬਹਿ ਨਹੀਂ ਮੇਰੀ ਗੱਲ ਸੁਣੋ ਉੱਥੇ ਉਹ ਤੁਹਾਡਾ ਹੱਥ ਵੀ ਬੜਾ ਭਾਰਾ ਹੈ ਨਹੀਂ ਤੇ 에어ਪੋਰਟ ਤੇ ਪੈਦਲ ਹੀ ਟੁਰਦੇ ਨੇ ਸਾਰੇ ਟ੍ਰੇਨ ਵੀ ਚੱਲਦੀ ਉੱਥੇ ਨਹੀਂ ਨਾ ਮੇਰੇ ਕੋਲ $250 ਸੀ ਸਿਰਫ ਉਹ ਜਿਹੜੀ ਵਿੱਚ ਟ੍ਰੇਨ 에어ਪੋਰਟ ਤੇ ਚੱਲਦੀ ਏ ਸਾਈ ਲੋਕ ਆ ਉਹ ਮੁਫਤ ਹੈ ਓਹੋ ਕਿਹੜੀ ਟ੍ਰੇਨ ਤੇਰੇ ਥਾਈਲੈਂਡ ਤੇਰੇ ਅੱਬੂ ਨੇ ਲਾਈ ਹੋਈ ਹੈ ਉੱਥੇ ਮਲੇਸ਼ੀਆ ਤੇ ਚੱਲਦੀ ਸੀ ਨਾ ਮਲੇਸ਼ੀਆ ਦਾ ਨਹੀਂ ਮੈਨੂੰ ਪਤਾ ਹੁਣ ਸੁਣ ਪੂਰੀ ਗੱਲ ਅੱਛਾ ਥਾਈਲੈਂਡ 에ਅਰਪੋਰਟ ਤੇ ਪਹੁੰਚੀ ਆ ਹੁਣ ਮੈਨੂੰ ਨਾ ਉਹ ਜਿਹੜੇ ਨਾਲ ਇੱਕ ਦੋ ਮੁੰਡੇ ਹੋਰ ਸਨ ਤੇ ਉਹਨਾਂ ਜਿਹੜਾ ਮੈਂ ਤੁਹਾਨੂੰ ਵੱਡਾ ਕੱਛਾ ਤੇ ਬਨੈਣ ਲੈ ਕੇ ਦਿੱਤੀ ਆਇਓ ਰੇ ਮਾਂ ਥਾਈਲੈਂਡ ਗਈ ਮੈਂ ਕਿਹਾ ਚਲੋ ਅਸੀਂ ਵੇ ਨਾ ਨਿਊਜ਼ੀਲੈਂਡ ਗਏ ਆ ਮੈਂ ਤੇ ਅਕਰਮ ਦਾਸ ਸਾਹਿਬ ਨੇ ਉਹ ਸ਼ਰਟਾਂ ਲੈ ਲਈਆਂ ਮੈਂ ਤਾਂ ਕਹਿੰਦੀ normal। ਇੰਜ ਜਿਹੜੇ ਮੁਲਕ ਜਾਓ ਨਾ ਉਹਦਾ ਗੈਟਅਪ ਕਰ ਲਓ ਹਾਂ ਉਹਦਾ ਗੈਟਅਪ ਕਰ ਲੋ ਉੱਥੇ ਤੂੰ ਪਾਉਂਦੀ ਵੱਡਾ ਕੱਛਾ ਨਿੱਕਰ ਬਨੈਣ ਤੇ ਉੱਥੇ ਤੂੰ 에어ਪੋਰਟ ਤੇ ਇੰਜ ਕਰਦੀ ਕੀ ਰਸ਼ ਲੱਗਣਾ ਸੀ ਕਾਲਿਆਂ ਆਪਾਂ ਮੈਂ ਤਾਂ ਕਦੀ ਹੋਰ ਲਗਾਏ ਦੋ ਉਹਨਾਂ ਦੀ ਨਸਲ ਹੀ ਚੋਈਏ ਵਾਹ 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 ਬਿਲਕੁਲ ਸਹੀ ਪਕੜ ਅੱਛਾ ਕੀ ਥਾਈਲੈਂਡ ਮਜ਼ਾ ਥਾਈਲੈਂਡ 에ਅਰਪੋਰਟ ਗਈ ਅੱਛਾ ਹੁਣ ਮੈਂ ਡਰੀ ਹੋਈ ਉਹ ਜਿਹੜਾ ਨਾਲ ਮੁੰਡਾ ਸਵਾਰੀ ਸੀ ਨਾ ਮੇਰੇ ਨਾਲ ਦਾ ਪੈਸੇਂਜਰ ਅੱਛਾ ਨਾਲ ਦੀ ਸਵਾਰੀ ਵੀ ਤੁਸੀਂ ਸੈੱਟ ਕਰ ਲਈ ਵੇ ਬੱਚਾ ਸੀ ਉਹ ਅੱਛਾ ਉਹ ਟਰੈਵਲ ਹਿਸਟਰੀ ਬਣਾਉਣ ਜਾ ਰਿਹਾ ਸੀ ਅੱਛਾ ਉਹਨੇ ਮੈਨੂੰ ਪਛਾਣ ਲਿਆ ਕਹਿੰਦਾ ਆਪਾ ਜੀ आप ना अपना बैग मुझे दे दे थक जाएंगी उन्हें इज्जत दी मैनू मेरा लैपटॉप वगैरह लैपटॉप सी मेरा ਉਹ ਇਹਨਾਂ ਚਣੇ ਲੈ ਕੇ ਗਏ ਹੋਵੇ ਤੇ ਚਾਰਜਰ ਸਨ ਵਿੱਚ ਉਹਨੇ ਖੈਰ ਲੈਪਟਾਪ ਬੈਗ ਚੁੱਕਿਆ ਤੇ ਅੱਗੇ ਹੁਣ ਮੈਂ ਹੋਲੀ ਜਾ ਉਹਨੂੰ ਵੀ ਪੁੱਛ ਲਿਆ ਮੈਂ ਕਿਹਾ ਪੁੱਤਰ ਤੇਰੇ ਕੋਲ ਕਿੰਨੇ ਪੈਸੇ ਨੇ ਕਹਿੰਦਾ $2000 ਮੈਂ ਕਿਹਾ ਅੱਛਾ ਜੇ ਜ਼ਰੂਰਤ ਪਈ ਤੇ 1000 ਦੇ ਦੇਗਾ ਇਮੀਗ੍ਰੇਸ਼ਨ ਕ੍ਰਾਸ ਕਰਕੇ ਮੰਗਣ ਚ ਇੱਕ ਨੰਬਰ ਨੇ ਮੰਗਣ ਚ ਵੜ ਸਾਹਿਬ ਇੱਕ ਨੰਬਰ ਪਾਕਿਸਤਾਨੀ ਇੰਟਰਨੈਸ਼ਨਲੀ ਵੀ ਜਾ ਕੇ ਮੰਗਦੇ ਹੀ ਹਾਂ ਮੈਂ ਨਹੀਂ, ਕਿਹਾ ਪਾਕਿਸਤਾਨੀ ਕਿੱਥੇ ਮੰਗਦੇ ਨੇ ਕਿਉਂ? ਪਾਕਿਸਤਾਨੀ ਦਿੰਦੇ ਨੇ ਲੈ ਇੰਟਰਨੈਸ਼ਨਲ ਹਰ ਮੁਲਕ ਤੋਂ ਤੁਸੀਂ ਕਰਜ਼ਾ ਲਿਆ ਹੋਇਆ ਇਹ ਗੱਲ ਤੁਹਾਡੀ ਠੀਕ ਹੈ ਲੇਕਿਨ ਉਂਝ ਆਵਾਮ ਨਹੀਂ ਮੰਗਦੀ ਸਨਾ ਬਟ ਮੰਗਦੀ ਹੈ ਸਨਾ ਪਟ ਨਹੀਂ ਮੈਂ ਤੇਰੇ ਮੂੰਹ ਤੇ ਚੰਨ ਮਾਰਨੀ ਮੰਗਦੀ ਮੈਂ ਤਾਂ ਕਹਿੰਦੀ ਉਹ ਰੱਖ ਦਿਓ। ਜ਼ਰੂਰਤ ਹੀ ਨਹੀਂ ਪਈ ਉਹ ਮੈਨੂੰ ਜਿਹੜੀ ਥਾਈਲੈਂਡ ਵਾਲੀ ਇਮੀਗ੍ਰੇਸ਼ਨ ਆਫੀਸਰ ਬੈਠੀ ਸੀ ਕਾਊਂਟਰ ਤੇ ਹਾਂ। ਉਹਨੇ ਦੇਖਿਆ ਉਹਨੇ ਕਿਹਾ ਓਨਲੀ 3 days ਆਪ ਹੁਣ ਸਿਰਫ 3 ਦਿਨ ਚ ਮੇਰਾ ਨਹਾਉਣ ਹੋ ਜਾਣਾ ਇੱਥੇ ਫਿਰਨਾ ਹੀ ਮੈਂ ਪੈਦਲ ਮੇਰੇ ਗੁੱਟਾ ਲਾ ਕੇ ਆਪਾਂ ਨੂੰ ਫਿਰ ਦਿਨ ਚ ਮੇਰਾ ਨਹਾਉਣ ਉੱਥੇ ਹੈ ਵੀ ਸਾਰਾ ਸਮੁੰਦਰ ਹੀ ਹੈ ਹੈ ਉਹਨੇ ਕਿਹਾ 3 ਦਿਨ ਮੈਂ ਫਟਾਫਟ ਨਾ ਆਪਣੀ ਜਿਹੜੀ ਪ੍ਰੋਫਾਈਲ ਹੈ YouTube ਦੀ ਖੋਲ ਕੇ ਅੱਗੇ ਰੱਖੀ ਅੱਛਾ ਉਹਨੇ ਇੰਜ ਕਰਕੇ ਵੇਖਿਆ ਉਹਨੇ ਕਿਹਾ ਯੂ ਆਰ ਇਨਫਲੂਐਂਸਰ ਮੈਂ ਕਿਹਾ ਯੈਸ ਯੈਸ ਵੈਰੀ ਬਿਗ ਇਨਫਲੂਐਂਸ ਤੇ ਉਹਨੇ ਕਿਹਾ ਅਬ ਹੁਣ ਮੈਂ ਟੁੱਟੀ ਭੱਜੀ ਇੰਗਲਿਸ਼ ਬੋਲ ਕੇ ਅਗਲੇ ਨੂੰ ਕਿ ਇੰਗਲਿਸ਼ ਕਹਿੰਦੀ ਬੋਲੀ ਉਹ ਮੈਂ ਨਹੀਂ ਦੱਸਦੀ ਉਹ ਸੁਣਨਾ ਉਹ ਉੱਥੇ ਜਦੋਂ ਮੈਂ ਗਈ ਉਹਨੇ ਮੈਨੂੰ ਖੈਰ ਬਰਹਾਲੀ ਸ਼ਾਰਟ ਮੈਂ ਇਮੀਗ੍ਰੇਸ਼ਨ ਵਾਲੀ ਹਾਂ ਯੋਰ ਹੋਟਲ ਬੁਕਿੰਗ ਮੈਂ ਯੈਸ ਮੈਡਮ ਦਿਸ ਇਜ਼ ਯੋਰ ਪਾਸਪੋਰਟ ਦਿਸ ਵੈਕਸੀਨ ਕਰੋਨਾ ਵੈਕਸੀਨ ਉਹ ਨਹੀਂ ਪੁੱਛਿਆ ਮੇਰੇ ਕੋਲੋਂ ਪੋਲੀਓ ਕੁਛ ਵੀ ਨਹੀਂ ਪੁੱਛਿਆ। ਐਡਾ ਤੇ ਪੋਲੀਓ ਕਿੱਥੇ ਹੋਣਾ ਖੈਰ ਉਹਨੇ ਇਹ ਜ਼ਰੂਰ ਪੁੱਛਿਆ ਕਿ ਤੂੰ ਸਿਰਫ 3 ਦਿਨ ਵਾਸਤੇ ਕਿਉਂ ਆਈ ਹੈ ਜ਼ਿਆਦਾ ਦਿਨ ਲੈ ਤੇਰਾ ਮਹੀਨੇ ਦਾ ਵੀਜ਼ਾ ਹੈ ਉਹਨੂੰ ਪਤਾ ਹੈ ਕਿ ਨਾ ਤੁਹਾਡੇ ਚ ਬਰਦਾਸ਼ਤ ਜ਼ਿਆਦਾ ਤੁਸੀਂ ਜ਼ਿਆਦਾ ਦਿਨ ਰਵੋ ਥਾਈਲੈਂਡ ਠੀਕ ਹੈ ਜਿਹੜਾ ਸੂਬੇ ਮੈਂ ਕਿਹਾ ਨਹੀਂ ਮੈਡਮ ਮੇਰੀਆਂ ਸ਼ੂਟਿੰਗਾਂ ਨੇ ਮੈਂ ਲਾਹੌਰ ਜਾ ਕੇ ਵਾਪਸ ਕੰਮ ਕਰਨਾ ਤੇ ਮੇਰੇ ਕੋਲ ਇੰਨਾ ਟਾਈਮ ਨਹੀਂ ਅੱਛਾ ਉਹ ਅੱਲਾ ਨੇ ਕੋਈ ਐਸੀ ਮੇਰੀ ਗੈਪ ਤੋਂ ਮਦਦ ਕੀਤੀ ਉਹਨੇ ਮੇਰੇ ਕੋਲ ਡਾਲਰਾਂ ਦਾ ਪੁੱਛਿਆ ਨਹੀਂ ਉਹਨੂੰ ਪੁੱਛਣਾ ਉਹਨੂੰ ਸ਼ਕਲੋਂ ਪਤਾ ਹੈ ਇਮੀਗ੍ਰੇਸ਼ਨ ਵਾਲੇ ਉਹਨਾਂ ਬੰਦਾ ਚੁਣ ਕੇ ਪਾਇਆ ਹੁੰਦਾ ਉਹਨੂੰ ਪਤਾ ਇਹ ਤੇ ਆ ਮੰਗਣਾ ਇਹਦੇ ਕੋਲ ਮੈਂ ਕਿੱਥੋਂ ਡਾਲਰ ਮੰਗਣੇ ਨੇ ਤੁਸੀਂ ਮੇਰੀ ਅੱਛਾ ਉਹਨਾਂ ਨੂੰ ਪਤਾ ਲੱਗ ਜਾਂਦਾ ਮੈਂ ਮੰਗਣ ਆਈ ਹਾਂ ਤੇ ਮੈਨੂੰ ਅਗਲੇ ਨੇ 에ਅਰਪੋਰਟ ਤੋਂ ਹੀ ਵਾਪਸ ਕਰਨਾ ਸੀ ਨਹੀਂ ਉਹਨਾਂ ਤੁਹਾਨੂੰ ਸਮਝਿਆ ਕਿ ਕੋਈ ਵੱਡੀ ਸ਼ਖਸੀਅਤ ਵੱਡੀ ਸ਼ਖਸੀਅਤ ਹੈ ਸਟਾਰ ਇਹ ਮਤਲਬ 4 ਪਾਸਪੋਰਟ ਜੁੜੇ ਨੇ ਭਾਵੇਂ ਖਾਲੀ ਜੁੜੇ ਨੇ ਉਹ ਸਮਝਦੇ ਨੇ ਟਰੈਵਲ ਕਰਦੀ ਰਹਿੰਦੀ ਹੈ ਝੂਠ ਨਾ ਬੋਲਣਾ ਸਾਰੀ ਦੁਨੀਆ ਵੇਖ ਰਹੀ ਹੈ ਪੈਸਾ ਤੇ ਤੁਸੀਂ ਲਾਣ ਵਾਲੇ ਆ ਨਹੀਂ ਉੱਥੇ ਬਾਥਰੂਮ 'ਚ ਪਾਣੀ ਪੀਤਾ ਸੀ ਲੱਖ ਮਾਰ ਬੜੀ ਤੂੰ ਤਾਂ ਦੱਸ ਰਿਹਾ ਇਹਨੂੰ ਮਾਰ ਆਪਾਂ ਹੋਰ ਮਾਰ ਉਹਦੇ ਨਾਲ ਤਾਂ ਗਏ ਉਹ ਤੂੰ ਮੇਰੇ ਨਾਲ ਉਹਦੇ ਨਾਲ ਹੈ। ਤੁਸੀਂ ਗੱਲ ਗਲਤ ਕੀਤੀ ਹੈ ਨਾ ਹਾਂ ਉਹ ਵੀ ਆਰਟਿਸਟ ਹੋ ਮੇਰੇ ਨਾਲ ਹੈ ਮੇਰਾ ਸਾਥ ਗੱਲ ਦੇ ਹੱਕ ਦੀ ਹੋਏਗੀ ਇਹਨੇ ਮੈਨੂੰ ਗਲਤ ਮਸ਼ਵਰੇ ਦਿੱਤੇ ਸਨ ਸਾਰੇ ਅੱਛਾ ਉੱਥੋਂ ਜਨਾਬ ਜੀ ਮੈਂ ਖੈਰ ਉਹ ਜਿਹੜੀ ਉਹ ਮੁੰਡਾ ਫਿਰ ਤੁਸੀਂ ਉੱਤੇ ਬਹਿ ਗਏ ਹੋਣੇ ਰੇੜੀ ਦੇ ਤੇ ਉਹ ਰੇੜਦਾ ਹੋਣਾ ਕਿਹੜੀ ਰੇੜੀ ਕਿਹੜੀ ਤੇ ਰੇੜੀ ਉਹ ਜਿਹਦੇ ਉੱਤੇ ਰੱਖੀਦਾ ਸਮਾਨ ਜੀ ਨਹੀਂ ਫਿਰ ਮੈਨੂੰ ਪਤਾ ਲੱਗਾ ਉਸ ਰੇੜੀ ਵੀ ਲਈ ਲੈ ਮੈਂ ਸਿਰਫ ਆਪਣਾ ਟੈਚੀ ਚੁੱਕਿਆ ਟਰਾਲੀ ਤੇ ਰੱਖਿਆ ਉਹ ਇਮੀਗ੍ਰੇਸ਼ਨ ਕ੍ਰਾਸ ਕੀਤੀ ਹੈ ਉਸ ਤੋਂ ਬਾਅਦ ਮੈਨੂੰ ਪਤਾ ਲੱਗਾ ਕਿ ਪਤਾਇਆ ਜਾਣਾ ਹੈ ਪਤਾਇਆ ਸਿਟੀ ਮੈਂ ਜਾਣਾ ਸੀ ਠੀਕ ਹੈ ਬੈਂਕਾਕ ਤੋਂ ਮੈਂ ਬੈਂਕਾਕ ਤੋਂ ਕਿਹਾ ਕਿ ਟੈਕਸੀ ਦਾ ਪਤਾ ਕੀਤਾ ਤੇ 1500 ਬਾਤ ਟੈਕਸੀ ਤੋ ਤਾਂ ਨਹੀਂ ਜਾਣਦਾ ਟੈਕਸੀ ਵਾਲਾ ਆਇਓ ਰੇ ਮਾਂ ਮੇਰਾ ਮਾਮੇ ਦਾ ਮੁੰਡਾ ਸੀ ਉੱਥੇ ਨਹੀਂ YouTube ਉੱਥੇ ਨਹੀਂ ਇੰਸਟੋ ਉੱਥੇ ਨਹੀਂ TikTok ਮਾਰਾ ਕੁੜੀਆਂ ਨੂੰ ਇੱਧਰ ਹੋਈਆ ਮੈਂ ਤੁਹਾਡੇ ਗੱਲ ਕਰ ਮੇਰੇ ਨਾਲ ਉੱਥੇ ਜਦੋਂ ਮੈਂ ਪਹੁੰਚੀ ਆ ਮੈਨੂੰ ਪਤਾ ਲੱਗਾ 1500 ਬਾਤ ਟੈਕਸੀ ਦਾ ਤੇ ਫਿਰ ਮੈਨੂੰ ਇੱਕ ਹੋਰ ਗੱਲ ਦਾ ਪਤਾ ਲੱਗਾ ਕਿ ਉੱਥੇ 에ਅਰਪੋਰਟ ਦੇ ਥੱਲੇੋਂ ਹੀ ਜਿਹੜੀ ਹੈ ਡਾਇਰੈਕਟ ਬੱਸ ਜਾਂਦੀ ਹੈ ਉਹਨਾਂ ਦੀ ਤੇ ਬੱਸ ਸਵਾਰੀ ਸ਼ਕਲੋਂ ਬੱਸ ਦੀ ਸਵਾਰੀ ਕਰ ਹੋਰ ਨਾ ਇਹ ਵੀ ਕਬਲ ਆਪਾਂ ਹੋਰ ਅੱਛਾ
ਬਾਸ ਚ ਬੈਠੇ ਤੁਸੀਂ ਬੱਸ 'ਚ ਉਹ ਨਾ ਡਰਾਈਵਰ ਨੇ ਸ਼ੀਸ਼ਾ ਸੈੱਟ ਕੀਤਾ ਉਹ ਬੜੀਆਂ VIP ਬੱਸਾਂ ਉੱਥੇ ਏਡੀ ਸੋਹਣੀਆਂ ਔਰਤਾਂ ਤੁਹਾਡੀ ਤਰ੍ਹਾਂ ਪਾਕਿਸਤਾਨੀ ਠਰਕੀਓ ਤੁਸੀਂ ਤਾਂ ਪਿੱਛੇ ਇੰਜ ਕਰਕੇ ਬੈਠੇ ਹੁਣ ਤੁਹਾਨੂੰ ਤਾਂ ਕਿਸੇ ਮੂੰਹ ਵੀ ਨਹੀਂ ਇਹ ਲੱਗਦਾ ਨਾ ਆਪਾਂ ਸ਼ਕਲੋਂ ਵੀ ਅਸਲੀ ਨਸਲੀ ਠਰਕੀ ਲੱਗਦਾ ਹੈ। ਬੱਸ ਇੰਨੀ VIP ਇੱਕ ਦੀ ਟਿਕਟ ਸੀ 190 ਬਾਤ ਹਾਂ। ਇੱਕ ਦੀ ਟਿਕਟ ਸੀ 140 ਵਾਲੀ ਕਿਸੇ ਹੋਰ ਸਟੇਸ਼ਨ ਤੇ ਲਾਂਦੀ ਸੀ 190 ਵਾਲੀ ਕਿਸੇ ਹੋਰ ਮੈਂ ਜਿਹੜੇ ਸਟੇਸ਼ਨ ਤੇ ਉਤਰਨਾ ਸੀ ਮੈਂ 190 ਵਾਲੀ ਬਾਤ ਬੱਸ 'ਚ ਬੈਠੀ ਉਹਦੇ 'ਚ ਪੂਰਾ ਡਰਾਈਵਰ ਨਜ਼ਰ ਹੀ ਨਹੀਂ ਆਉਂਦਾ ਡਰਾਈਵਰ ਦੇ ਅੱਗੇ ਪਰਦਾ ਲੱਗਾ ਹੁੰਦਾ ਪੂਰੀ ਸ਼ੀਟ ਲੱਗੀ ਹਜ਼ਾਰ ਦਰਵਾਜ਼ੇ ਵਾਲੇ ਡਰਾਈਵਰ ਨੇ ਪਰਦਾ ਕਰ ਦੇਣਾ 1000 ਵਾਲੇ ਡਰਾਈਵਰ ਠੀਕ ਹੈ ਉਹ ਬੜੀ VIP ਬੱਸ ਫਿਰ ਮੈਂ ਪਤਾਇਆ ਪਹੁੰਚੀ ਅੱਛਾ ਉੱਥੇ ਹੋਟਲ ਰਹੀ ਲੇਕਿਨ ਹੋਟਲ ਲਿਆ ਯੈਸ ਸਪਾਂਸਰ ਅੱਛਾ ਸਪਾਂਸਰ ਸਪਾਂਸਰ ਨਹੀਂ 5 ਸਟਾਰ ਸੀ ਕਿ ਐਨ ਸਟਾਰ ਨਹੀਂ 5 ਸਟਾਰ ਸੀ ਹੋਟਲ ਬਹੁਤ ਅੱਛਾ ਸੀ ਹੋਟਲ ਲਿੱਤਾ ਉੱਥੇ ਤੁਹਾਨੂੰ ਕਿਸੇ ਨੇ ਬੁੱਕੇ ਸ਼ੁਕੇ ਦਿੱਤੇ ਭਾਈ ਸਟਾਰ ਆਈਏ ਸੁਣਾ ਬਾਤ ਯੂਟਿਊਬਰ ਮੈਂ ਉੱਥੇ ਆਪਣਾ YouTube ਬਣਾਉਣ ਗਈ ਸਾਂ ਵਲੌਗ ਕਿ ਮੈਂ ਉੱਥੇ ਬੰਦਿਆਂ ਦਾ ਇੰਤਜ਼ਾਰ ਕਰ ਭਾਈ ਲੋਕ ਭੁੱਲ ਜਾਣ ਗਏਗਾ। ਫਨਕਾਰ ਜਾਣ ਤੇ ਲੋਕ ਸਵਾਗਤ ਕਰਦੇ ਨੇ ਤੁਹਾਡਾ ਕੋਈ ਸਵਾਗਤ ਨਹੀਂ ਕੀਤਾ ਕੀਤਾ ਪਾਕਿਸਤਾਨੀ ਸਾਰੇ ਪਹਿਚਾਨਦੇ ਸਨ ਇੰਡੀਅਨ ਪਹਿਚਾਨਦੇ ਸਨ ਉਹ ਥਾਈਲੈਂਡ ਦੇ ਚੀਨੀ ਮਿੰਨੀਆਂ ਨੇ ਮੈਨੂੰ ਕੀ ਪਹਿਚਾਨਣਾ ਹੁਣ ਉੱਥੇ ਤੇ ਮਗਰ ਮੱਛ ਵੀ ਖਾ ਜਾਂਦੇ ਨੇ ਉਹ ਹਰ ਚੀਜ਼ ਖਾਈ ਜਾਂਦੇ ਨੇ ਹੁਣ ਆਪਾਂ ਨੂੰ ਕੀ ਸ਼ਿੰਗਮਿੰਗ ਪੁਡਿੰਗ ਕਹਿੰਦੇ ਆਪਾਂ ਨੂੰ ਕੀ ਲੱਗੇ ਜਿਹੜੇ ਬੰਦੇ ਦੀ ਇਹੋ ਜਿਹੀ ਵਕੀਲ ਹੁੰਦੀ ਹੈ ਨਾ ਉਹਨੂੰ ਫਾਂਸੀ ਜ਼ਰੂਰ ਹੁੰਦੀ ਹੈ ਐਵੇਂ ਫਾਂਸੀ ਜ਼ਰੂਰ ਦੇਖ ਲਓ ਤਾਂ ਵੀ तुम्हें बातें कर रही है ਆਏ ਖਾਏ ਉੱਥੇ ਮੈਂ ਪਹੁੰਚੀ ਭਰਾਵਾ ਲੇਕਿਨ ਉੱਥੇ 3 ਦਿਨ ਮੈਂ ਸਹੀ ਤਰ੍ਹਾਂ ਰੋਟੀ ਨਹੀਂ ਖਾਧੀ ਉੱਥੇ ਮੈਨੂੰ ਮਿਲ ਗਿਆ ਨਸੀਰ ਵਿਚਾਰਾ ਮੇਰਾ ਭਰਾ ਮਸਕੀਨ ਉਹ ਮੈਨੂੰ ਫਰਾਂਦਾ ਰਿਹਾ ਰੋਟੀ ਕਿਉਂ ਨਹੀਂ ਖਾਦੀ ਯਾਰ ਉੱਥੇ ਨਾ ਸਾਰੇ ਬਾਹਰਲਾ ਗੋਸ਼ ਇੱਧਰ ਉੱਧਰ ਹਰਾਮ ਹਲਾਲ ਤੈਨੂੰ ਪਤਾ ਹੈ ਫਰਕ ਮੁਸਲਮਾਨ ਅਸੀਂ ਜਿਹੜੇ ਮੁਸਲਿਮ ਹੋਟਲ ਨੇ ਲੇਕਿਨ ਟੇਸਟ ਨਹੀਂ ਪਾਕਿਸਤਾਨੀ ਆਇਆ ਮੈਨੂੰ ਉੱਥੇ ਪਾਕਿਸਤਾਨ ਗੁਜਰਾਂ ਵਾਲੇ ਦਾ ਹੋਟਲ ਤੇਰੇ ਸ਼ਹਿਰ ਵਾਲਿਆਂ ਦਾ ਹੋਟਲ ਉੱਥੇ ਤੇ ਟੇਸਟ ਪਾਕਿਸਤਾਨ ਵਾਲਾ ਨਹੀਂ ਆਇਆ ਮਜ਼ੇਦਾਰ ਪਤਾ ਪਾਣੀ ਦੀ ਤਸੀਰ ਹੁੰਦੀ ਹੈ ਨਾ ਉੱਥੇ ਸਮੈਲ ਆਣੀ ਹੈ ਗੈਰ ਮੁਸਲਮ ਨੇ ਠੀਕ ਹੈ ਉਹ ਇੱਕ ਹੋਟਲ ਅੱਗੋਂ ਮੈਂ ਲੰਗੀ ਮੈਂ ਐਸੀ ਉਲਟੀਆਂ ਕੀਤੀ ਮੈਂ ਉੱਥੇ ਜ਼ਿਆਦਾ ਫਲ ਹੀ ਖਾਦਾ 3 ਦਿਨ ਵਾਕਿੰਗ ਸਟਰੀਟ ਦੇ ਇਹ ਸਾਰੇ ਵਲੌਗ ਜਿਹੜੇ ਮੇਰੇ ਲੱਗੇ ਨੇ ਨਹੀਂ ਮੈਂ ਨਾ ਫਿਸ਼ ਤੇ ਉੱਥੇ ਆਮ ਫਿਸ਼ ਖਾਦੀ ਹੈ ਬਹੁਤ ਖਾਲੀ ਨਹੀਂ ਮੈਂ ਨਹੀਂ ਉਹ ਵਾਲੀ ਓਏ ਮੈਂ ਅੱਜ ਗਿਆ ਨਾ ਐਂਜੋ ਨਾ ਮੇਰੇ ਅੱਗੇ ਫਿਸ਼ ਰੱਖੀ ਸਭ ਤੋਂ ਪਹਿਲੇ ਉਂਗਲ ਮਾਰ ਕੇ ਮੈਂ ਢੀਲੇ ਕੱਢੇ ਅੱਛਾ ਉੱਥੋਂ ਜਿਹੜਾ ਟਰੈਵਲ ਏਜੰਟ ਮੈਨੂੰ ਕਰਾ ਕੇ ਦਿੱਤਾ ਸੀ ਹੈ ਉਹਨੇ ਮੇਰੇ ਨਾਲ ਬਗੈਰਤੀ ਕੀਤੀ ਹੁਣ ਥਾਈਲੈਂਡ ਵਾਪਸੀ ਤੇ ਮੇਰੇ ਨਾਲ ਕੀ ਹੋਇਆ ਅੱਗੇ ਮੈਂ ਜਾਣਾ ਸੀ ਮਲੇਸ਼ੀਆ ਅੱਗੇ ਵੀ ਜਾਣਾ ਹਾਂ ਮਲੇਸ਼ੀਆ ਤੈਨੂੰ ਪਤਾ ਨਹੀਂ 3 ਜਗ੍ਹਾ ਤੇ ਜਾਣਾ ਸੀ ਮਲੇਸ਼ੀਆ ਪਹੁੰਚੀ ਮਲੇਸ਼ੀਆ ਜਾਣਾ ਸੀ ਮੈਂ ਥਾਈਲੈਂਡ 에ਅਰਪੋਰਟ ਤੇ ਵਾਪਸੀ ਪਹੁੰਚੀ ਭੱਜੀ ਮੇਰੀ ਮੈਂ ਕਿਹਾ 23 ਜਨਵਰੀ ਦੀ ਫਲਾਈਟ ਹੈ ਜਦੋਂ ਕਾਊਂਟਰ ਤੇ ਪਹੁੰਚੀ ਆ ਤੇ ਉਹ ਕਾਊਂਟਰ ਤੇ ਜਾ ਕੇ ਪਤਾ ਲੱਗਾ ਕਿ ਇਹ ਫਲਾਈਟ ਤੇ 25 ਫਰਵਰੀ ਦੀ ਹੈ ਮੋਟੇ ਦਿਮਾਗ ਦੀ शुक्र करो वापस मैं ट्रैवल वाले ने फोन किया तू मेरी टिकट कराई वो जी बच्चे से मिस्टेक हो गई ये हो गया गलत को झूठ बोलता सी उन्हें टिकट कराई नहीं हुई सी आपका इन्होंने आपको 30 फरवरी का नहीं कह दिया वो जो कि तेरी कैलेंडर में भी नहीं आती आप शुक्र करे बच गई मेरे से कुड़ी पहाड़ तो छाल मार देंदी कि मेरे बाल उड़दे नजर आंदे ਇਹੋ ਜਿਹਾ ਬੰਦਾ ਰਾਹ 'ਚ ਜਾਂਦਾ ਹੋਵੇ ਨਾ ਤੇ ਲੋਕੀ ਚੰਡਾ ਮਾਰਦੇ ਨੇ ਨਾ ਸਾਡਾ ਕਰਜ਼ਾ ਲਿਆ ਹੁਣ ਓਏ ਚੁਕਤਾ ਵੀ ਕਰਦੀ ਏ ਬੇਟਾ ਈਜ਼ੀ ਨਹੀਂ ਲੈਣਾ ਹਾਂ ਤੂੰ ਕੱਲਾ ਮਰਾਸੀ ਨਹੀਂ ਇਹਨੂੰ ਦੇਖ ਕੇ ਸਾਰੇ ਉਂਝ ਹੀ ਖਰਾਦ ਦੇ ਮੈਂ ਤਾਂ ਮੰਗੀ ਨਾ ਲੈ ਆਪਣੇ ਘਰੋਂ ਆਈ ਹੈ ਹਾਂ ਅੱਛਾ ਲਿਆਂਦੀ ਤੂੰ ਬੈਠੀ ਤੇਰੇ ਨਾਲ ਸਕ੍ਰਿਪਟ ਤੇਰੇ ਨਾਲ ਪਾੜੀ ਤੇ ਮੈਂ ਲਿਆਂਦੀ ਏ ਓਏ ਉਂਝ ਗੱਲ ਹੀ ਕੀਤੀ ਅੱਗੇ ਸੁਣਾਓ ਤੂੰ ਗੱਲਾਂ ਨਾ ਕਰ ਕਹਾਣੀ ਸੁਣ ਉੱਥੋਂ ਮੈਂ ਜਨਾਬ ਜੀ ਜਦੋਂ 에ਅਰਪੋਰਟ ਤੇ ਪਹੁੰਚੀ ਆ ਤੇ ਮਲੇਸ਼ੀਆ ਵਾਲਿਆਂ ਨੇ ਨਾ ਉਹਨਾਂ ਦੀ ਟਿਕਟ ਜਦੋਂ ਗਲਤ ਹੋ ਗਈ ਮੈਂ ਸ਼ਰੀਫ ਔਰਤ ਮੈਨਾਂ ਇਹਨਾਂ ਗੱਲਾਂ ਨਾਲ ਕੀ ਕਰ ਪਾਣੀ ਨਹੀਂ ਪੀਤਾ ਉੱਥੇ ਨਹੀਂ ਪੀਤਾ ਨਾ ਦੱਸ ਮੈਂ ਤਾਂ ਪਾਣੀ ਦਾ ਪੁੱਛ ਰਿਹਾ ਤੂੰ ਆਪਣਾ ਵੀ ਗਲਤ ਦੇ ਵੇ ਗੱਲਾਂ ਕਰ ਕੰਮ ਤੇ ਨਾ ਪਾੜ ਹੌਲੀ ਹੌਲੀ ਗੱਲ ਕਰ ਪਾਣੀ ਪੂਣੀ ਵੇ ਕਿਹੜਾ ਪਾਣੀ ਨੈਸਲੇ ਟੈਕੋਫਿਨਾ ਜਿਹੜੇ ਉੱਥੇ ਦੇ ਪਾਣੀ ਨੇ ਪਾਣੀ ਨਹੀਂ ਪੀਤਾ ਮੈਂ ਐਡਾ ਚੂਚਾ ਨਹੀਂਗਾ ਤੂੰ ਤੇ ਮੈਂ ਐਡੀ ਬੱਚੀ ਨਹੀਂ ਮੇਰੀ ਗੱਲ ਪੂਰੀ ਸੁਣ ਮੈਂ 에ਅਰਪੋਰਟ ਪਹੁੰਚਾਂਗੀ ਤੇ ਮਲੇਸ਼ੀਆ ਪਹੁੰਚਾਂਗੀ ਤੇ ਨਾਵਾਂਗੀ ਨਹੀਂ ਥਾਈਲੈਂਡ ਪਹਿਲੇ ਦੱਸੋ ਥਾਈਲੈਂਡ ਤੇ ਮੈਂ ਸਾਰੇ ਵਲੋਗ ਲਾ ਤੇ ਦਿੱਤੇ ਹੀ ਮੈਂ ਸਮੁੰਦਰ ਦੇ ਹਾਂ ਬੜਾ ਹੀ ਮਜ਼ਾ ਆਇਆ ਜਿੱਥੇ ਮੈਂ ਪੈਦਲ ਜਾ ਸਕਦੀ ਸਾਂ ਮੈਂ ਕੋਈ ਜਗ੍ਹਾ ਨਹੀਂ ਛੱਡੀ ਕੁਝ ਲੋਕ ਕਿਰਾਇਆ ਕੋਈ ਨਹੀਂ ਤਾਂ ਪੈਦਲ ਬਗੈਰ ਤਾਂ ਮੈਂ $250 ਦੇ ਕੇ $100 ਤੇ ਮੇਰਾ ਲੱਗ ਗਿਆ ਥਾਈਲੈਂਡ ਠੀਕ ਹੈ ਪੈਦਲ ਵਿਜ਼ਿਟ ਸਨ ਮੈਂ ਇੱਕ ਅੱਧੀ ਚੀਜ਼ ਕੋਈ ਘਰ ਵਾਸਤੇ ਗਿਫਟ ਸ਼ਿਫਟ ਬੱਚਿਆਂ ਵਾਸਤੇ ਖਰੀਦਿਆ ਉਸ ਤੋਂ ਬਾਅਦ ਮੇਰਾ $100 ਮੁੱਕ ਗਿਆ ਪਿੱਛੇ ਬਚਿਆ $150 ਤੁਹਾਡੀ ਮਾਂ ਦੀ ਕਸਮ ਸਹੀ ਦੱਸਿਆ ਉੱਥੇ ਕਿਸੇ ਪਾਕਿਸਤਾਨੀ ਨੇ ਤੁਹਾਨੂੰ ਕਲੋਸ਼ ਲੋਕ ਲਾਏ ਨੇ ਮੈਨੂੰ ਮੈਂ ਇੱਕ ਗੱਲ ਦੱਸਾਂ ਮੈਨੂੰ ਕੋਈ ਪਸੰਦ ਵੀ ਆਏ ਨਾ ਹੁਣ ਉਹ ਵੀ ਆਪਾਂ ਕਹਿ ਕੇ ਅੱਗੇ ਚਲਾ ਜਾਂਦਾ ਤੇ ਇਸ ਲਈ ਇਹ ਗੱਲ ਦਾ ਬਿਸਤੀਆ ਲਈ ਹੁਣ ਖੰਡਰ ਕੋਈ ਨਹੀਂ ਹੋ ਗਏ ਨਹੀਂ ਖੰਡਰ ਪੁਰਾਣੇ ਨਹੀਂ ਹੋ ਗਏ ਬਸ ਮੈਂ ਸ਼ਰੀਫ
ਇਹ ਤੂੰ ਕਰਵਾ ਰਿਹਾ ਜੋ ਉਹਨੂੰ ਵੀ ਇੱਕ ਸੁੱਟ ਜਿਹੜੀ ਤੁਸੀਂ ਖੰਡਰ ਪੁਰਾਣੇ ਹੋਵੇ ਨਿਪਰਿੰਦੋ ਪ੍ਰਿੰਦੋ। ਅੱਛਾ ਅੱਗੇ ਤੁਸੀਂ ਜਹਾਜ਼ ਵੜੋ ਹੁਣ ਮਲੇਸ਼ੀਆ ਦੇ। ਉੱਥੇ ਹੁਣ ਜਦੋਂ ਮੈਨੂੰ ਪਤਾ ਲੱਗਾ ਕਿ ਜੀ ਮੇਰੀ ਟਿਕਟ ਉਹਨੇ ਕਰ ਦਿੱਤੀ ਹੈ 5 ਫਰਵਰੀ ਦੀ, ਮੈਂ ਕਿਹਾ ਹੁਣ ਕੀ करना ही। कहना आपा आप टेंशन ना लें, अभी टिकट हो जाए। थोड़ी देर बाद कहना आपा आपके पास पैसे कितने हैं? टंग फिर तू मनु याद आया ਉੱਥੇ $250 ਉਹ ਤਾਂ ਮੈਨੂੰ ਕਹਿਣਾ ਸੀ ਮੈਂ ਇੱਥੋਂ ਭੇਜ ਦਿੰਦਾ, ਮੈਨੂੰ ਕੁੱਟੀ ਜਾਣ ਡਈ ਹੈ। ਕੁੱਟੀ ਜਾਂਦੀ ਹੈ ਉੱਤੋਂ। ਮੇਰੇ ਨਾਲ ਇੱਕ ਹੋਰ ਕੰਮ ਹੋ ਗਿਆ, ਮੇਰਾ ATM ਕਾਰਡ ਮੈਂ ਇੰਟਰਨੈਸ਼ਨਲ ਕਰਾਉਣਾ ਭੁੱਲ ਗਈ, ਮੈਨੂੰ ਪਤਾ ਹੀ ਨਹੀਂ ਸੀ ਉਹ ਵੀ ਕਰਾਈਦਾ। ਇਹਦਾ ਕਿ ਹੁਣ ਐਵੇਂ ਨਿਕਲ ਪੈਣ ਮਰਜਾ ਇੰਟਰਨੈਸ਼ਨਲ ਟੂਰ ਕਰਾਓ ਕੀ ਕਰਾਇਆ। ਠੀਕ ਹੈ, ਉਹ ਹੁਣ ਨਾ ਮੈਂ ATM ਕਾਰਡ ਬੜੀ ਚੋਰੀ ਹੋ ਕੇ ਅੱਜ ਦਿੱਤਾ, ਇਹ ਲੈ ਜੀ ਟਿਕਟ ਦੇ ਦੇ। ਉਹਨੇ ATM ਕਾਰਡ ਮਾਰਿਆ, ਕਹਿੰਦੀ ਮੈਡਮ ATM ਕਾਰਡ ਤੇ ਤੁਹਾਡਾ ਚੱਲਦਾ ਹੀ ਨਹੀਂ। ਮੈਂ ਫੇਰ ਸ਼ਰਮਿੰਦਾ ਜੀ, ਮੈਂ ਕਿਹਾ ਹੁਣ ਕੀ ਕਰਾਂ। ਹੁਣ ਮੇਰੇ ਕੋਲ ਸੀ ਪਿੱਛੇ $150 ਤੇ ਮਲੇਸ਼ੀਆ ਤੇ ਮੈਂ ਸ੍ਰੀਲੰਕਾ ਵੀ ਜਾਣਾ ਹੈ। ਤੇ ਮੈਂ ਕੀ ਕੀਤਾ, ਮੈਂ ਨਾ ਉੱਥੋਂ $50 ਮੈਂ ਕਿਹਾ ਚੇਂਜ ਕਰਾਨੀ ਆ ਤੇ ਟਿਕਟ ਲੈ ਲੈਣੀ ਆ ਮਲੇਸ਼ੀਆ ਦੀ ਫੌਰੀ। ਮੈਂ ਪਹਿਲੇ $150 ਉਹੀ $150 ਜਿਹੜਾ ਤੂੰ ਲੈ ਕੇ ਦਿੱਤਾ ਮੈਂ ਤਾਂ ਪਾਕਿਸਤਾਨੀ ਕਰੰਸੀ ਕੋਲ ਕੋਈ ਨਹੀਂ ਸੀ। ਤਗਾ ਨਹੀਂ ਸੀ ਕੋਲ। ਅੱਛਾ ਤਾਂ ਪਾਕਿਸਤਾਨੀ ਉੱਥੇ ਚੱਲਣੀ ਨਹੀਂ ਸੀ। ਨਹੀਂ ਚੇਂਜ ਹੋ ਜਾਂਦੀ ਨਹੀਂ, ਅਗਰ ਪਾਕਿਸਤਾਨੀ ਨੂੰ ਮੂੰਹ ਲਾਤੇ। ਅੱਛਾ ਨਹੀਂ ਲਾਉਂਦੇ। ਨਹੀਂ ਲਾਉਂਦੇ ਨੇ, ਮਹਿੰਗੇ ਆ ਮੈਨੂੰ ਪਤਾ। ਅੱਛਾ ਅੱਗੇ चलो। नहीं, हम कोई गुलाम है जो आप कहें हम कर लें? आपको क्या लगता है आपकी हर की बात आप मान लेती? ਉਹ ਤੂੰ ਹੈ ਬੇਵਕੂਫ। ਕਹਿੰਦੀ ਬਾਬਰ ਆਜ਼ਮ ਤੇ ਵਜ਼ੀਰ ਆਜ਼ਮ। मैं तो कभी भी नहीं किया बाबर आजम वजीर आजम आपस च भरा ने। ਉਹ ਸਾਈਆਂ ਐਵੇਂ ਜੁਗਤ। ਅੱਛਾ ਮੇਰੀ ਗੱਲ ਸੁਣ ਨਾ, ਉੱਥੋਂ ਮੈਂ ਖੈਰ ਨਾ ਮਨੀ ਚੇਂਜਰ ਵਾਲੇ ਕੋਲ ਗਈ। ਉਹਨੇ ਕਿਹਾ ਬੀਬੀ ਦਫ਼ਤਰ ਬੰਦ ਹੋ ਗਿਆ, ਅੱਧੇ ਘੰਟੇ ਬਾਅਦ ਨਵਾਂ ਸਟਾਫ ਆਏਗਾ, ਉਹ ਚੇਂਜ ਕਰੇਗਾ। ਦੂਸਰੇ ਕੋਲ ਗਈ, ਉਹਨੇ ਕਿਹਾ ਸਾਡਾ ਸਿਸਟਮ ਹੀ ਬੰਦ ਹੋ ਗਿਆ। ਪਛਾਣ ਕੋਈ ਨਹੀਂ ਗਿਆ ਤੁਹਾਨੂੰ ਉੱਥੇ ਥਾਈਲੈਂਡ ਅਗਰ ਜਬ ਕਰਦੇ, ਮੈਨੂੰ ਕੀ ਪਛਾਣਨਾ ਉਹਨਾਂ ਨੇ। ਫਿਰ ਚੌਥੇ ਕਾਊਂਟਰ ਤੇ ਜਾ ਕੇ ਉਸ ਗਰੀਬ ਦਾ ਭਲਾ ਹੋਵੇ, ਉਹਨੇ ਮੈਨੂੰ $50 ਐਕਸਚੇਂਜ ਕੀਤੇ। ਮੈਂ ਭੱਜੀ ਗਈ ਕਾਊਂਟਰ ਤੇ ਟਿਕਟ ਲਿੱਤੀ, ਉੱਥੋਂ ਭੱਜੀ ਟਿਕਟ ਲੈ ਕੇ ਹੁਣ ਮੈਂ ਆਪਣੀ ਫਲਾਈਟ ਤੇ ਜਾਣਾ ਸੀ। ਮੈਂ ਜਾਣਾ ਸੀ 17 ਨੰਬਰ ਗੇਟ ਤੇ ਮੈਂ 23 ਨੰਬਰ ਗੇਟ ਤੇ ਪਹੁੰਚ ਗਈ। ਫੇਰ ਉੱਥੋਂ ਭੱਜੀ, ਉੱਤੋਂ ਮੇਰਾ ਵਜ਼ਨ ਜ਼ਿਆਦਾ, ਉੱਤੋਂ ਮੈਨੂੰ ਸਾਹ ਚੜਿਆ, ਉੱਤੋਂ ਮੈਂ ਟਰਾਲੀ ਨਾਲ ਘਸੀਟਦੀ। ਹੁਣ ਮੇਰੇ ਕੋਲ ਪਿੱਛੇ ਰਹਿ ਗਿਆ ਸੀ ਸਿਰਫ $100। ਠੀਕ ਹੈ, ਤੇ ਕੁਛ ਬਾਤ ਸਨ। ਮੈਂ ਥਾਈਲੈਂਡ 에ਅਰਪੋਰਟ ਤੇ ਮੈਨੂੰ ਆ ਗਿਆ ਉੱਥੇ ਨਾ ਭੱਜ ਦੌੜ ਕੀਤੀ ਹੈ। ਸ਼ੁਕਰ ਕਰੋ 에ਅਰਪੋਰਟ ਤੇ ਤੁਹਾਡਾ ਪੱਦ ਨਹੀਂ ਨਿਕਲਦੀ। ਅੱਛਾ कैसा चीप इंसान है। ਅੱਛਾ ਤੁਸੀਂ ਵੀ ਗਏ ਵਾਸ਼ਰੂਮ। ਵਾਸ਼ਰੂਮ ਗਈ ਭਾਈ, ਉੱਥੇ ਤਾਂ ਨਲਕਾ ਹੀ ਕੋਈ ਨਹੀਂ, ਮੁਸਲਮ ਸ਼ਾਵਰ ਉਹ ਨਹੀਂ ਹੁੰਦਾ, ਉਹ ਬੋਤਲ ਥਾਈਲੈਂਡ। ਹੋਰ ਰੱਖਣੀ ਪੈਂਦੀ। ਠੀਕ ਹੈ, ਹੁਣ ਮੈਂ ਪਹਿਲੇ ਪੂਰੇ 3-4 ਬਾਥਰੂਮ 에ਅਰਪੋਰਟ ਦੇ ਫਿਰੇ ਜਿਹੜੇ ਮੇਰੇ ਗੇਟ ਦੇ ਨੇੜੇ ਪੈਂਦੇ ਸਨ। ਉਸ ਤੋਂ ਬਾਅਦ ਫਿਰ ਮੈਨੂੰ ਹੋਰ ਤੇਜ਼ ਤੁਹਾਨੂੰ ਪੰਜਾਬ ਵੀ ਕਿੰਨਾ ਬੜਾ ਆਣਾ ਸੀ। ਮੈਂ ਉੱਥੇ ਜਨਾਬ ਜੀ 14 ਬਾਥ ਦੀ ਬੋਤਲ ਖਰੀਦੀ ਪਾਣੀ ਦੀ, ਛੋਟੀ ਬੋਤਲ। ਉਹ ਲੈ ਕੇ ਵਾਸ਼ਰੂਮ ਨਾਲ ਗਈ, ਮਿਨਰਲ ਵਾਟਰ ਯੂਜ਼ ਕੀਤਾ ਮੈਂ। ਨਾਲ ਇਹਨੇ ਟਿਸ਼ੂ। ਫਿਰ ਉੱਥੋਂ ਫਰੈਸ਼ ਹੋ ਕੇ ਫਰੈਸ਼ ਜਦੋਂ ਬੰਦਾ ਹੁੰਦਾ ਹੈ ਸਾਹ ਲੈਂਦਾ। ਅੱਛਾ ਠੀਕ ਹੈ, ਫਿਰ ਫਲਾਈਟ ਲਿੱਤੀ, ਜਹਾਜ਼ ਬਹਿ ਗਏ। ਜਹਾਜ਼ ਦਿੱਲੀ। ਤੁਹਾਨੂੰ ਕਿਵੇਂ ਪਤਾ ਉਹਨਾਂ ਦੀ ਸ਼ਲਵਾਰ ਗਿੱਲੀ ਸੀ? ਵੀ ਤੂੰ ਕਿਹੜੀ ਗੱਲ ਨੂੰ ਹਵਾ ਦੇ ਰਹੀ ਹੈ? ਚੁੱਪ ਕਰਕੇ ਗੱਲ ਸੁਣ। ਖੈਰ ਮਲੇਸ਼ੀਆ ਚ ਵੀ ਮੈਨੂੰ ਨਾ ਜਹਾਜ਼ ਵਿੱਚ 2-3 ਬੱਚਿਆਂ ਨੇ ਪਹਿਚਾਨ ਲਿਆ। ਉਹਨਾਂ ਨੇ ਮੈਨੂੰ ਕਿਹਾ ਪਾਇਲਟ ਨੇ ਨਹੀਂ ਪਛਾਣਿਆ, ਨਹੀਂ ਤਾਂ ਉਹਨੇ ਜਹਾਜ਼ ਥੱਲੇ ਨਹੀਂ ਸੀ ਲਾਣਾ। ਪਾਇਲਟ ਤੇ ਉਹ ਅੱਗੇ ਹੁੰਦਾ ਹੈ, ਉਹਨੇ ਕਿੱਥੇ ਪਿੱਛੇ ਵੇਖਿਆ। अच्छा नजरात हमारे जहाज में पिछली सीटों पर कोई मज बह गई है जहाज। ਖੋਤਾ ਜਹਾਜ਼ ਵਿੱਚ ਬੈਠਣਾ ਤੇ ਨਹੀਂ ਨਾ ਹੁੰਦੀ। ਇਹ ਤੁਸੀਂ ਜਾਓਗੇ ਤੇ ਅਨਾਉਂਸਮੈਂਟ ਹੋਏਗੀ ਡੰਗਰ ਬਹਿ ਕੇ ਜਹਾਜ਼ ਵਿੱਚ। ਵਾਹ ਵਾਹ ਬੜੀਆਂ ਜੁਗਤਾਂ ਦੀ ਕੁੜੀ ਲੈ ਆਈ ਤੂੰ। ਅੱਛਾ ਮੈਂ ਫਿਰ ਮੈਂ ਘਰੋਂ ਲੈ ਆਈ ਕੁੜੀ, ਤੂੰ ਲੈ ਕੇ ਬੈਠਾ ਮੇਰੇ ਤੇ ਪਾਈ ਜਾ ਰਹੀ ਹੈ। ਪਹਿਲੇ ਤਾਂ ਮੈਂ ਤੂੰ ਦੱਸਦਾ ਘਰ ਚ ਕੱਲਾ ਕੁੜੀ ਬਾ ਕੇ ਕੀ ਕਰਨ ਦੇ ਆ? ਐਕਟਿੰਗ ਕੋਸ਼ਿਸ਼ ਕਰ ਰਹੇ ਆ, ਅੱਜ ਸਨਾ ਆਪਾਂ ਦਾ YouTube ਦਾ ਕੰਮ ਕਰ ਰਹੇ ਹਾਂ। ਵਾਹ ਵਾਹ ਵਾਹ। ਅੱਛਾ ਮੇਰੀ ਗੱਲ ਸੁਣ, ਉਹ ਮੈਨੂੰ ਬੱਚਾ ਕਹਿੰਦਾ ਕਿ ਆਪਾਂ ਜਿਹੜਾ ਥਾਈਲੈਂਡ ਮਲੇਸ਼ੀਆ 에ਅਰਪੋਰਟ ਹੈ ਨਾ, ਉੱਥੇ ਬੜੀ ਸਖਤੀ ਹੈ। ਉੱਥੇ ਨਾ ਦੇਖਦੇ ਨੇ ਮਾਈ ਹੈ, ਨਾ ਦੇਖਦੇ ਨੇ ਬਾਬਾ ਹੈ, ਨਾ ਵੇਖਦੇ ਨੇ ਸਟਾਰ ਹੈ, ਨਾ ਵੇਖਦੇ ਨੇ। ਉਹਨਾਂ ਨੇ ਸ਼ੋ ਮਨੀ ਮੰਗਣੀ ਹੈ। ਹੁਣ ਵਿੱਚੋਂ ਮੈਂ ਡਰ ਗਈ, ਮੇਰੇ ਕੋਲ $100 ਹੈ ਤੇ $1000। ਮੈਨੂੰ ਪੁੱਛਿਆ ਤੇਰੇ ਕੋਲ ਕਿੰਨੇ? ਕਹਿੰਦਾ $500। ਮੈਂ ਚੁੱਪ ਕਰ ਗਈ। ਮੈਂ ਕਿਹਾ ਪਹਿਲੇ ਤੇ ਇਹ ਪੜਿਆ ਜਾਏਗਾ ਨਾ, ਜਿਹਦੇ ਕੋਲ 500। ਮੈਂ ਖਰਚੀਆਂ ਮੈਨੂੰ ਸਹੂਲਤਾਂ ਯਾਦ ਸਨ, ਮੈਂ ਪੜਦੀ ਉੱਥੇ ਜਦੋਂ ਮੈਂ ਪਹੁੰਚੀ ਆ ਨਾ ਕਾਊਂਟਰ ਤੇ ਇਮੀਗ੍ਰੇਸ਼ਨ ਤੇ ਉੱਥੇ ਜਨਾਬ ਇੱਕ ਬੜੀ ਖੂਬਸੂਰਤ ਲੇਡੀ ਬੈਠੀ ਸੀ। ਉਹਨੇ ਇੰਜ ਕਰਕੇ ਮੈਨੂੰ ਵੇਖਿਆ, ਠਰਕੀ ਜਾਂਦਾ
ਉਹਨੇ ਕਿਹਾ ਸਨਾ ਆਪਾ ਤੂੰ? ਉਹ ਹਾਂ ਉਹ ਮਲਾਈ ਜਿਹੜੀ ਬੋਲਦੀ ਸੀ ਮਲਾਈ, ਹਾਂ ਇੰਗਲਿਸ਼ ਵਿੱਚ ਮੈਂ ਕਹਿੰਦੀ ਯੂ ਆਰ ਸਨਾ ਆਪਾ। ਉਹ ਮੈਂ ਕਿਹਾ ਯਾ ਮੈਂ ਠੀਕ ਫਟਾਫਟ ਹੈ ਯਾ ਫਿਰ ਮੈਨੂੰ ਉਹਨੇ ਨਾ ਪਛਾਣ ਗੰਦੀ ਲਿਆ। ਸੋਚ। ਉਧਰੋਂ ਨਾ ਖਟਮੰਡੂ ਫਲਾਈਟ ਦਾ ਸਟਾਫ ਆ ਰਿਹਾ ਸੀ, ਇਹ ਹੋਸਟਾਂ ਪਾਇਲਟ ਉਹ ਖਲੋ ਗਏ। ਅੱਛਾ ਇਹ ਹੋਸਟਾਂ ਤੇ ਕਹਿੰਦੀਆਂ ਮੈਂ ਸਨਾ ਆਪਾ ਨਾਲ ਤਸਵੀਰ ਬਣਵਾ ਕੇ ਹੀ ਜਾਣਾ। ਵਾਹ ਭਾਵੇਂ ਫਲਾਈਟ ਲੇਟ ਹੋ ਜਾਏ ਫਲਾਈਟ ਉਹਨਾਂ ਦੀ ਲੇਟ ਕਿਉਂ, ਕਹਿੰਦੀ ਮਿਸ ਹੋ ਜਾਏ ਭਾਵੇਂ ਮੱਥੇ ਛੱਡ ਜਾਓ, 3 ਦਿਨ ਮਲੇਸ਼ੀਆ, ਮੈਂ ਤੇ ਇਹਦੇ ਨਾਲ ਹੀ ਰਹਿਣਾ, ਇੰਨੀ ਲੇਟ ਹੋ ਗਈ ਏ। ਅੱਛਾ ਉਹਨੂੰ ਤੁਹਾਡੇ ਕਰੈਕਟਰ ਦਾ ਪਤਾ ਸੀ ਜਿਹੜਾ ਬਾਹਰ ਆਇਆ ਹੈ ਕਿ ਫੜੀ ਐਕਟਰ ਨਹੀਂ ਡਾਲਰਾਂ ਤੋਂ। ਅੱਛਾ ਮੈਂ ਅੱਛਾ ਫਿਰ ਜਨਾਬ ਮੈਂ ਨਾ ਉੱਥੇ ਚਾਹ ਪੀਤੀ ਹੈ, ਬਿਸਕੁਟ ਸ਼ਿਸਕੁਟ ਖਾਦੇ ਹੈ। ਫਿਰ ਮੈਂ ਕਿਹਾ ਨਹੀਂ ਮੇਰਾ ਭਾਈ ਬਾਹਰ ਲੈਣ ਆਇਆ, ਮੈਂ ਉਹਦੇ ਘਰ ਹੀ ਰਹਿਣਾ ਹੈ। ਉਹਨੇ ਕਿਹਾ ਜਿਹੜਾ ਸਭ ਤੋਂ ਵੱਡਾ ਹੋਟਲ ਹੈ ਇੱਥੇ, ਉਹਦਾ ਮੈਂ ਕਮਰਾ ਮੇਰੇ ਵੱਲੋਂ ਪੂਰਾ ਲਗਜ਼ਰੀ, ਜਿਹੜਾ 2-2 ਕਮਰੇ ਇਕੱਠੇ ਹੁੰਦੇ ਨੇ, ਕੀ ਕਹੀਦਾ, ਸਵੀਟ ਰੂਮ, ਟਵਿਨ ਟਾਵਰ ਟਵਿਨ ਟਾਵਰ ਵਿੱਚ, ਅੱਲਾ ਤੇਰਾ ਭਲਾ ਕਰੇ। ਉਹ ਕਹਿੰਦਾ ਪੂਰਾ ਉਤਲਾ ਪੋਰਸ਼ਨ ਹੀ ਸਨਾ ਆਪਾਂ ਨੂੰ ਦੇ ਦੇ। ਵਾਹ ਉੱਤੋਂ ਡਿੱਗੇ ਤਾਂ ਖੁਦਕੁਸ਼ੀ ਕਰੇ ਤੂੰ ਤੇ ਮਨੂਸ ਮੂੰਹ ਵਾਲੇ ਆਪਣੇ ਵੱਲੋਂ ਤੇ ਮੈਨੂੰ ਫੜਵਾਨ ਭੇਜਿਆ ਸੀ $250 ਦੇ ਕੇ, ਉਹ ਤੇ ਅੱਲਾ ਨੇ ਇੱਜ਼ਤ ਰੱਖੀ। ਅੱਛਾ ਜੀ ਹੁਣ ਮੇਰੇ ਕੋਲ ਪਿੱਛੇ ਬਚਿਆ ਸੀ ਸਿਰਫ $100। ਤੇ ਮਤੀਰ ਮੁਹੰਮਦ ਨੇ ਕੋਈ ਮਦਦ ਨਹੀਂ ਕੀਤੀ ਮੈਂ ਉਹਨੂੰ ਦੱਸਣਾ ਸੀ ਕਿ ਮੈਂ ਕੰਗਲੀ ਆ। ਆਪੋ ਇਹਨਾਂ ਦੇ ਰੁਖਸਾਰਾਂ ਤੇ ਇੱਕ ਤਮਾਚਾ ਸੁੱਟੋ। ਵਾਹ ਤੇ ਤੂੰ ਟੁੰਡੀ ਹੈ, ਤੂੰ ਮਾਰ ਲਈ ਕਾ ਕੇ। ਮੈਂ ਇਹਨੂੰ ਹੱਥ ਲਾਉਣਾ ਨਾ ਪਸੰਦ ਕਰਾਂ, ਵਾਹ ਬਾਹਰ ਧੁੱਪ ਸੇਕ ਮੈਂ ਬਾਂਦਰ ਧੁੱਪ ਸੇਕ ਰਹੀ। ਬਕਵਾਸ ਨਹੀਂ ਕਰਨੀ। ਉੱਥੋਂ ਜਨਾਬ ਫਿਰ ਮੈਂ 3 ਦਿਨ ਮਲੇਸ਼ੀਆ ਫਿਰੀ ਟੁਰੀ। ਅੱਛਾ ਫਿਰ ਸੀ ਮੇਰੀ ਵਾਪਸੀ। ਤੁਸੀਂ ਭੁਗਤਾਨ ਗਈ ਹੋ ਜਿੱਥੇ ਕਲੱਬ ਸ਼ਲੱਬ ਨੇ ਮੈਂ ਸਾਰਾ ਵੀ ਔਰ ਜਦੋਂ ਬਾਹਰ ਨਿਕਲੀ ਸਾਂ ਬਾਰਿਸ਼ ਸ਼ੁਰੂ ਹੋ ਜਾਂਦੀ ਸੀ, ਜਦੋਂ ਬਾਹਰ ਨਿਕਲਦੀ ਸਾਂ ਬਾਰਿਸ਼ ਸ਼ੁਰੂ ਹੋ ਜਾਂਦੀ ਸੀ। 3 ਦਿਨ ਟਿਕਾ ਕੇ ਇਹ ਵਲੌਗ ਜਿਹੜੇ 3 ਦਿਨ ਲਾਏ ਨੇ, ਫਰੂਟ ਮਿਲਦਾ ਉਹਦਾ ਨਾਮ ਹੈ ਡੁਰੀਆਨ। ਉਹ ਪਤਾ ਨਹੀਂ ਉੱਥੇ ਤੇ ਜਾਂਦੇ ਆ ਹੀ ਨਾ। ਮੈਂ ਬੜਾ ਕੁਝ ਖਾਦਾ ਹੀ। ਉਹ ਇੱਕਮ ਟਿੱਕਾ ਰਾਸ਼ਾ ਖਾਦਾ, ਮੱਛੀ ਤੇ ਚੌਲ। ਉਹ ਯਾਰ ਮੈਂ ਤੇ ਉੱਥੇ ਚੋਲਾ ਦੇ ਉੱਤੇ ਚਿਕਨ ਰੱਖ ਕੇ ਸਬਜ਼ੀਆਂ ਵਿੱਚ ਪਾ ਕੇ ਜਿਹੜੀ ਨਹੀਂ ਡਿਸ਼ ਇੱਕ ਹੁੰਦੀ ਉੱਥੇ ਹੈ। ਮਿਲਦੇ ਨੇ ਇੱਕਮ ਟਿੱਕਾ ਰਾਸ਼ਾ, ਇੱਕ ਗ੍ਰੀਨ ਕਲਰ ਦੀ ਮੱਛੀ ਹੁੰਦੀ ਹੈ, ਇੱਕ ਰੈੱਡ ਕਲਰ ਦੀ ਹੈ, ਤੋਂ ਬੜਾ ਮਜ਼ਾ ਆਉਂਦਾ। ਨਹੀਂ ਉਹ ਨਹੀਂ ਮੈਂ ਖਾਦੀ, ਉਹ ਮੈਨੂੰ ਦਿਲ ਖਰਾਬ ਹੁੰਦਾ ਮੇਰਾ ਸੀ। ਝੰਡਾ ਸਮਾਨ ਝੰਡਾ ਲੇਕਿਨ ਮੈਂ ਜਦੋਂ ਬਾਹਰ ਸੈਰ ਕਰਨ ਨਿਕਲਦੀ ਸਾਂ ਬਾਰਿਸ਼ ਹੋ ਜਾਂਦੀ ਸੀ। ਸਾਲ ਦੇ 12 ਮਹੀਨੇ ਬਾਰਿਸ਼ ਰਹਿੰਦੀ ਹੈ। ਹਾਂਜੀ, ਇਹਨੂੰ ਉਹ ਤੇ ਤੇ ਅਜੇ ਮਲੇਸ਼ੀਆ। ਤੱਕ ਕਿਸੇ ਨੇ ਪਾਈਨਐਪਲ ਨਹੀਂ ਖਵਾਇਆ ਤੇ ਤੂੰ ਤਿੱਕਮ ਤਿੱਕਾ ਰਾਸ਼ਾ ਦੀ ਗੱਲਾਂ ਕਿੱਥੋਂ ਕਰ ਰਹੀ? ਇਹਨੂੰ ਪੁੱਛ ਪਹਿਲੇ ਇਖਲਾਸ ਕਿਨੇ ਸਿਖਾਇਆ? ਮੈਂ ਤੇ ਖਾ ਗਿਆ ਨਾ। ਅੱਛਾ ਤੂੰ ਤੇ ਜਾਨਵਰ ਵੀ ਖਾ ਜਾਂਦਾ, ਤੂੰ ਤੇ ਖੋਤਾ ਖਾਂਦਾ ਰਿਹਾ ਲਾਹੌਰ ਚ। 10 ਸਾਲ ਪੂਰੇ ਖਾਦਾ ਹੋਣਾ ਖੁਦ। ਇਹ ਲੋ ਤੁਹਾਨੂੰ ਖੋਦਾ ਹੀ ਗੱਲ ਸੁਣਾ ਰਿਹਾ। ਅੱਛਾ ਉਹ ਕੀ ਬਣਿਆ ਕੀ ਬਣਿਆ ਫਿਰ? ਫੇਰ ਕੀ ਬਣਿਆ? 3 ਦਿਨ ਫਿਰ ਟੁਰ ਕੇ ਅੱਗੋਂ ਹੁਣ ਮੈਂ ਵਾਪਸ ਪਾਕਿਸਤਾਨ ਆਣਾ ਸੀ ਅੱਛਾ ਤੇ ਸ੍ਰੀਲੰਕਾ ਮੇਰਾ 24 ਘੰਟੇ ਦਾ ਸਟੇ ਸੀ, ਜਿਹਦੇ ਵਿੱਚ ਮੈਨੂੰ ਟ੍ਰਾਂਜ਼ਿਟ ਵੀਜ਼ਾ ਵੀ ਮਿਲਿਆ। ਉਹ ਤੇਰਾ ਟਰੈਵਲ ਏਜੰਟ ਬਦਤਮੀਜ਼ ਮੈਨੂੰ ਕਹਿੰਦਾ ਆਪਾਂ ਹੋਟਲ ਬੁੱਕ ਹੈ ਤੁਹਾਡਾ, ਸਿਰਫ ਤੁਸੀਂ ਇੰਜ ਕਰਕੇ ਉਹਨਾਂ ਨੂੰ ਆਪਣੀ ਟਿਕਟ ਵਿਖਾਣੀ ਹੈ, ਤੁਹਾਨੂੰ ਹੋਟਲ ਤੇ ਲੈ ਕੇ ਜਾਣਗੇ, ਇੰਜ ਕਰਨਗੇ ਉਂਝ ਕਰਨਗੇ। 에ਅਰਪੋਰਟ ਸਵੇਰ ਮੈਂ 9 ਵਜੇ ਪਹੁੰਚੀ ਹਾਂ। 9 ਵਜੇ ਤੋਂ ਲੈ ਕੇ 4 ਵਜੇ ਤੱਕ ਸ੍ਰੀਲੰਕਾ ਦੇ 에ਅਰਪੋਰਟ ਤੇ ਜ਼ਲੀਲ ਹੋਈ ਆ, ਮੈਨੂੰ ਹੋਟਲ ਨਹੀਂ ਲੱਭਾ। ਤੋਂ ਕੁਆਇਟ ਰੂਮ ਹੁੰਦੇ ਨੇ ਉੱਥੇ ਵੜ ਜਾਣਾ ਸੀ। ਤੇਰੇ ਕੁਆਇਟ ਰੂਮ ਉਹ ਬਣਾਏ ਹੁੰਦੇ ਨੇ ਉਹਨਾਂ ਨੂੰ। ਮੈਂ 에ਅਰਪੋਰਟ ਤੇ ਥੋੜੀ ਰਹਿਣਾ ਸੀ, ਮੈਂ ਤਾਂ ਬਾਹਰ ਫਿਰਨਾ ਟੁਰਨਾ ਵੀ ਸੀ। ਅੱਛਾ ਫਿਰ ਮੈਂ ਬਾਹਰ ਸ੍ਰੀਲੰਕਾ ਮੈਨੂੰ ਟਰੈਵਲ ਏਜੰਟ ਨੂੰ ਫੋਨ ਕੀਤਾ। ਮੈਂ ਕਿਹਾ ਤੂੰ ਤੇ ਕਿਹਾ ਸੀ ਤੇਰੀ ਟਿਕਟ ਵਿੱਚ ਹੋਟਲ ਵੀ ਹੈ ਖਾਣਾ ਵੀ ਹੈ, ਤੇ ਮੇਰੇ ਕੋਲ ਹੁਣ ਵਾਪਸੀ 100 ਰਿੰਗੜ ਤੇ $50 ਸਨ। ਅੱਛਾ $50 ਮੈਂ ਉੱਥੇ ਖਰਚ ਲਏ। ਠੀਕ ਹੈ ਕੀ ਨਾ ਹੈ ਮਲੇਸ਼ੀਆ ਚ, ਤੇ ਪਿੱਛੇ ਮੇਰੇ ਕੋਲ $50 ਤੇ ਇੱਕ 100 ਰਿੰਗੜ ਪਿਆ ਸੀ। ਅੱਛਾ ਉਹਦੇ ਚੋਂ ਵੀ ਮੈਂ 10 ਰਿੰਗੜ ਦੀ ਬੋਤਲ ਪਾਣੀ ਦੀ ਲੈ ਲਈ ਤੇ 90 ਰਿੰਗੜ ਰਹਿ ਗਏ। ਪਾਣੀ ਦੀ ਬੋਤਲ ਬੜੀ ਤੁਸੀਂ ਲੈਂਦੇ ਫਿਰ ਗਰਮੀ नहीं पानी ਉੱਥੇ श्रीलंका ਚ ਲੱਗੇ ਸਨ ਮੁਸਲਿਮ ਸ਼ਾਵਰ। ਹਾਈਡਰੇਸ਼ਨ के लिए अच्छा होता है ना। ਅੱਛਾ ਹੁਣ ਕੀ ਹੋਇਆ, ਮੈਂ ਉੱਥੇ 에어ਪੋਰਟ ਤੇ ਮਨੀ ਚੇਂਜਰ ਵਾਲੇ ਕੋਲ ਗਈ ਤੇ ਹਲਕਾ ਜਿਹਾ ਮੇਰਾ ਡਾਲਰ ਪਾਟਾ ਸੀ। ਸੂਈ ਧਾਗੇ ਨਾਲ ਸੀ ਲੈਣਾ ਸੀ ਨਾ ਆਪਾਂ। ਤੂੰ ਹੁੰਦੀ ਤੇਰੇ ਚ ਧਾਗਾ ਪਾ ਕੇ ਮੈਂ ਪਰੋ ਦੇਣਾ ਸੀ। ਟ੍ਰੇਨ 'ਚ ਜਿਹੜੀ ਨਾ ਆਵਾਜ਼ ਆਉਂਦੀ ਹੈ, ਅਗਲਾ ਸਟਾਪ ਜਾਗੂ ਮਾਤਾ। ਜਾਗੂ ਮਾਤਾ ਨਹੀਂ ਗਾਜੂ ਮਾਤਾ। ਅੱਛਾ ਮੈਂ ਉਥੋਂ ਜਨਾਬ ਉਹਦਾ ਤਰਲਾ ਕੀਤਾ, ਉਹਨੇ ਕਿਹਾ ਜੀ ਤੁਹਾਡਾ ਡਾਲਰ ਪਾਟਾ ਹੈ, ਇਹ ਨਹੀਂ ਪਲੀਜ਼ ਅਸੀਂ ਚੇਂਜ ਕਰਾਂਗੇ। ਮੈਂ ਫਿਰ ਪਰੇਸ਼ਾਨ, ਮੈਂ ਜੇਬ 'ਚ ਟੇਪ ਨਹੀਂ ਸੀ ਆ ਤੁਹਾਡੇ ਬੈਗ 'ਚ। ਫਿਰ ਮੈਂ ਕਿਹਾ 90 ਰਿੰਗੜ ਨੇ ਮੇਰੇ ਕੋਲ, ਇਹ ਤੇ ਚੇਂਜ ਕਰ ਦਿਓ। ਉਹਨੇ ਕਿਹਾ ਜੀ 100 ਰਿੰਗੜ ਤੋਂ ਥੱਲੇ ਅਸੀਂ ਚੇਂਜ ਨਹੀਂ ਕਰਦੇ। ਮੈਂ ਖੈਰ ਉਹਦੇ ਸਾਹਮਣੇ ਪਰੇ ਜਾ ਕੇ ਬਹਿ ਗਈ 에어ਪੋਰਟ ਤੇ, ਘੰਟਾ 1.5 ਘੰਟਾ ਬਹਿ ਕੇ ਫਿਰ ਮੈਂ ਉੱਠੀ। ਫਿਰ ਮੈਂ ਉਹਦਾ ਤਰਲਾ ਪਾਇਆ, ਉਹਨੂੰ ਮੇਰੇ ਤੇ ਤਰਸ ਆ ਗਿਆ, ਉਹਨੇ ਮੈਨੂੰ 90 ਰਿੰਗੜ ਚੇਂਜ ਕਰਤੇ। ਉਹ ਚੇਂਜ ਕਰਾ ਕੇ ਹੁਣ ਮੈਂ ਕੋਲ ਰੱਖ ਲਏ, ਉਹ ਬਣ ਗਿਆ ਕੋਈ 5,500 ਸ੍ਰੀਲੰਕਨ। ਮੈਂ ਕਿਹਾ ਚਲੋ ਸ਼ੁਕਰ ਹੈ ਇੰਨਾ ਤੇ ਆ ਗਿਆ। ਹੁਣ ਮੈਨੂੰ ਨਹੀਂ ਸੀ ਪਤਾ ਸ੍ਰੀਲੰਕਾ ਦਾ ਹਿਸਾਬ ਕਿਤਾਬ ਕੀ ਹੈ। ਹੁਣ ਮੈਨੂੰ ਉਹ ਕਹਿੰਦਾ ਕਿ ਟਰੈਵਲ ਏਜੰਟ ਕਹਿੰਦਾ ਆਪਾਂ ਦਫਾ ਕਰੋ ਇਹਨਾਂ ਨੂੰ, ਮੈਂ ਬਾਅਦ ਵਿੱਚ ਕੰਪਲੇਨ ਇਹਨਾਂ ਦੀ ਕਰਾਂਗਾ, ਤੁਸੀਂ ਜਾ ਕੇ ਫੌਰਨ ਨਾ ਉਥੋਂ
ਮੈਂ ਹੋਟਲ ਦੀ ਬੁਕਿੰਗ ਕਰਾਤੀ 1 ਕਿਲੋਮੀਟਰ ਦੇ ਫਾਸਲੇ ਤੇ, ਇਹ ਬਾਹਰ ਟੁਕ ਟੁਕ ਚੱਲਦੇ ਨੇ, ਰਕਸ਼ੇ ਨੂੰ ਟੁਕ ਟੁਕ ਕਹਿੰਦੇ ਨੇ। ਹਾਂਜੀ ਹਾਂਜੀ ਮੈਨੂੰ ਪਤਾ। ਉਹ ਰਕਸ਼ੇ ਵਾਲੇ, ਮੈਂ ਹੁਣ ਟੁੱਟੀ ਭੱਜੀ ਇੰਗਲਿਸ਼ ਚ ਮੈਂ ਕਿਹਾ ਇਸ ਹੋਟਲ ਜਾਣਾ, ਉਹਨੂੰ ਕਾਰਡ ਵਿਖਾਇਆ, ਉਹਨੇ ਕਿਹਾ 500 ਰੁਪਇਆ ਲੂੰਗਾ। ਮੈਂ ਕਿਹਾ ਹਰੇ ਦੂਰ ਹੈ ਹੋਟਲ ਹੈ, ਤੇ ਕਹਿ ਰਿਹਾ ਸੀ 1 ਕਿਲੋਮੀਟਰ, ਮੈਂ ਤਾਂ ਪੈਦਲ ਚੱਲ ਜਾਂਦੀ, ਲੇਕਿਨ ਆਪਾ ਸਾਰਾ ਜੰਗਲ ਹੈ। ਤੁਸੀਂ ਕਦੀ 500 ਦਾ ਨੋਟ ਵਾਕਈ ਵੇਖਿਆ ਵੀ ਹੈ? ਵੇਖ ਨਹੀਂ ਕੈਸੀ ਉਠਾਈ ਗਈ ਹੈ ਵੇ। ਅੱਛਾ ਅੱਗੇ ਗੱਲ ਸੁਣ ਮੇਰੇ ਨਾਲ ਹੋਈ ਕੀ, ਇੱਧਰ ਵੀ ਜੰਗਲ ਵਿਚਕਾਰ ਮੈਂ। ਹੁਣ ਉੱਥੇ ਮੈਂ ਨਾ ਹੋਟਲ ਜਦੋਂ ਜਾਣ ਲੱਗੀ, ਰਕਸ਼ੇ ਵਾਲੇ ਨੂੰ ਕਿਹਾ ਮੈਂ ਡਾਲਰ ਚੇਂਜ ਕਰਾਣੇ ਨੇ। ਉਹਨੇ ਕਿਹਾ ਹਰੇ ਕਿੰਨੇ ਡਾਲਰ ਦੇ, ਤੇ ਕਹਿੰਦਾ ਡਾਲਰ ਚੇਂਜ ਇੱਥੇ ਮਨੀ ਚੇਂਜਰ ਦੂਰ ਹੈ, ਅਸੀਂ ਤੁਹਾਨੂੰ ਚੇਂਜ ਕਰ ਦਿੰਨੇ ਆ, 280 ਰੇਟ ਹੈ, ਅਸੀਂ ਤੁਹਾਨੂੰ 270 ਦਾਂਗੇ। ਮੈਂ ਕਿਹਾ ਮੈਂ 50 ਡਾਲਰ ਚੇਂਜ ਕਰਾ ਦੇ ਤੇਰੇ ਕਮਾਲ ਨੇ। ਉਹਨੇ ਖੈਰ ਮੈਨੂੰ ਕੋਈ 5,500 6,000 ਰੁਪਇਆ ਉਹਨੇ ਦੇ ਦਿੱਤਾ ਡਾਲਰ ਦਾ, 50 ਡਾਲਰ ਦਾ। ਹੁਣ ਮੈਂ ਈਜ਼ੀ ਹੋ ਗਈ ਕਿ ਸ਼ੁਕਰ ਹੈ ਮੇਰੇ ਕੋਲ 10-12,000 ਰੁਪਇਆ ਹੋ ਗਿਆ, ਮੈਂ ਇੱਜ਼ਤ ਆਬਰੂ ਨਾਲ एक दिन लंका च रह सकनी। वैसे आपा पिछले महीने 50 रुपए आपने मेरे लिए थे, अभी तक वो तो वापस नहीं किए, तो श्रीलंका में जाके कैसे दे? तू मिलती आज पई है मेरी वाकई, मेरी फुफी दी थी है, तू है 50 रुपए तेरे नाल दूजे भी फ्री हो जांदे, ओ भी गल्लां करदे जुगता करदे। अच्छा रक्षे च तुई बैठे, रक्षे च बैठी इथों जिवें बाहर सड़क ते मेन ते जाके ओने मैनू ला दिता। फिर की गुस्सा, कदी मैं 500 वेखा, कदी रक्षे वाले ने वेखा। खैर मैं होटल दे अंदर गई, ਉੱਥੇ ਮੇਰੀ ਉਮਰ ਦੀ ਨਹੀਂ, ਕੀ ਰਿਸੈਪਸ਼ਨਿਸਟ ਬੈਠੀ ਸੀ। ਤੁਹਾਡੀ ਉਮਰ? ਹਾਂ ਬੜੀ ਅੱਛੀ ਔਰਤ ਸੀ। ਕਿੰਨੀ ਉਮਰ ਸੀ ਉਹਦੀ? ਤੂੰ ਦਾ ਰਿਸ਼ਤਾ ਸਹੀ ਗੱਲ ਕੀਤੀ ਬੱਚੀ ਨੇ। ਅੱਛਾ ਉਹਨੂੰ ਨਾ ਮੈਂ ਕਿਹਾ ਜੀ ਮੇਰੀ ਹੋਟਲ ਬੁਕਿੰਗ ਹੈ ਇੱਥੇ। ਉਹਨੇ ਚੈੱਕ ਕੀਤਾ, ਉਹਨੇ ਕਿਹਾ ਕੋਈ ਵੀ ਨਹੀਂ, ਕੁਝ ਵੀ ਨਹੀਂ ਇੱਥੇ। ਮੈਂ ਫਿਰ ਪਰੇਸ਼ਾਨ, ਫਿਰ ਮੈਂ ਉਹਨੂੰ ਫੋਨ ਕੀਤਾ, ਮੈਂ ਕਿਹਾ ਤੂੰ ਇਹ ਕੀ ਹਰਕਤ ਕੀਤੀ ਹੈ ਬੇਟਾ ਟਰੈਵਲ ਏਜੰਟ ਨੂੰ? ਉਹਨੇ ਕਿਹਾ ਆਪਾ ਮੇਰੀ ਗੱਲ ਕਰਾਓ। ਉਹਨੇ ਗੱਲਬਾਤ ਕੀਤੀ ਤੇ ਪਤਾ ਲੱਗਾ ਜੀ ਗਲਤ ਵੈਬਸਾਈਟ ਤੇ ਬੁਕਿੰਗ ਕਰਾਤੀ ਉਹਨੇ, ਇੱਥੇ ਹੈ ਹੀ ਨਹੀਂ। ਗਲਤ ਵੈਬਸਾਈਟ ਮਤਲਬ ਜਿਸ ਵੈਬਸਾਈਟ ਤੇ ਕਰਾਣੇ ਸਨ ਉੱਥੇ ਨਹੀਂ, ਕਿਸੇ ਹੋਰ ਤੇ ਬੁਕਿੰਗ ਕਰਾਤੀ ਉਹਨੇ। ਵੈਬਸਾਈਟ ਤੇ ਬੁਕਿੰਗ ਕਰਾਤੀ, ਹੋਟਲ ਦੀ ਕਰਾਈ ਉਹਨੇ। ਹੋਟਲ ਦੀ ਮਰੇ, ਪੂਰੀ ਗੱਲ ਸੁਣ। ਅੱਛਾ ਉੱਥੋਂ ਖੈਰ ਮੈਨੂੰ ਨਾ ਹੁਣ ਮੇਰਾ ਬੀਪੀ ਹਾਈ, ਕਿਉਂਕਿ ਸਵੇਰ 9 ਵਜੇ ਦੀ 에어ਪੋਰਟ ਜ਼ਲੀਲ ਹੁੰਦੇ ਨੇ, ਸ਼ਾਮੀ 6 ਵਜ ਗਏ। ਮੇਰਾ ਦਿਨ ਖਰਾਬ, 24 ਘੰਟੇ ਦਾ, ਵਿੱਚ ਰੈਸਟ ਵੀ ਕਰਨਾ ਸੀ ਤੇ ਮੈਂ ਸ਼੍ਰੀਲੰਕਾ ਫਿਰਨਾ ਵੀ ਸੀ। ਠੀਕ ਹੈ, ਮੇਰਾ ਸਾਰਾ ਟਾਈਮ ਖਰਾਬ ਹੋ ਗਿਆ। ਮੈਂ ਸੁਣਿਆ ਤੁਹਾਡਾ ਬਲੱਡ ਪ੍ਰੈਸ਼ਰ ਹਾਈ ਹੋਵੇ ਤਾਂ ਤੁਸੀਂ ਕੱਚਾ ਕੁੱਤਾ ਖਾ ਜਾਂਦੇ। ਮੈਂ ਤੁਸੀਂ ਕੁੱਤਾ ਵੀ ਖਾ ਜਾਂਦੀ ਆ। ਆਪਣੀਆਂ ਹਰਕਤਾਂ ਨਾ ਦੱਸੋ ਤੁਸੀਂ। ਉਹ ਕਿੱਥੇ ਸ਼ਿਕਾਇਤਾਂ ਲਾਉਣ ਵਾਸਤੇ? ਲੈ ਅਕਸਰ ਦੀ ਗੱਲ ਤੇ ਮੈਂ ਕਰਨੀ ਹੈ। ਹਾਂ ਉੱਥੋਂ ਜਨਾਬ ਖੈਰ ਰਿਸੈਪਸ਼ਨ ਵਾਲੀ ਮੈਂ ਰੋਣਾ ਸ਼ੁਰੂ ਹੋ ਗਈ, ਤੇ ਨਾਲ ਮੈਂ ਫਿਰ ਨਾ ਟਰੈਵਲ ਏਜੰਟ ਨੂੰ ਸਿੱਧਾ ਹੀ ਨਾ ਮਾਂ ਭੈਣ ਦੀਆਂ ਗਾਲਾਂ ਕੱਢੀਆਂ, ਤੇਰੀ ਭੈਣ ਨੂੰ, ਤੇਰੀ ਮਾਂ ਨੂੰ, ਤੇਰੀ ਐਸੀ ਦੀ ਤੈਸੀ। ਵੈਰੀ ਗੁੱਡ ਆਪਾ। ਮੈਂ ਉਹਨੂੰ ਕਰਤਾ ਬਲੌਕ, ਤੇ ਹੁਣ ਵਿਚਾਰਾ ਰਿਸੈਪਸ਼ਨਿਸਟ ਨੂੰ ਫੋਨ ਕਰੀ ਜਾ ਰਿਹਾ, ਆਪਾਂ ਨਾਲ ਗੱਲ ਕਰਾ, ਤੇ ਮੈਂ ਕਹਿੰਦੀ ਇਹਨੂੰ ਕਹਿ ਦੇ ਸ਼ੀ ਗੋ, ਚਲੀ ਗਈ ਇੱਥੋਂ। ਖੈਰ ਉਹਨੇ ਵੀ ਉਹਨੂੰ ਗਾਲਾਂ ਕੱਢੀਆਂ ਕਿ ਤੁਸੀਂ ਔਰਤਾਂ ਨਾਲ ਵੀ ਜ਼ਿਆਦਤੀ ਕਰਦੇ ਹੋ, ਤੁਸੀਂ ਟਰੈਵਲ ਏਜੰਟ ਝੂਠ ਬੋਲ ਕੇ ਆਪਣੇ ਪੈਸੇਂਜਰਾਂ ਨੂੰ ਖਰਾਬ ਕਰਦੇ ਹੋ। ਉਹਨੇ ਬੜੀ ਬਿਸਤੀ ਕੀਤੀ। ਹੁਣ ਮੈਂ ਉੱਥੇ ਰੋਈ ਜਾ, ਮੈਂ ਕਿਹਾ ਕਮਰਾ ਕਿੰਨੇ ਦਾ? ਕਹਿੰਦੀ 11,000। ਮੇਰੇ ਕੋਲ 10.5 11,000 ਹੀ ਸੀ, ਤੇ ਮੈਂ ਕਿਹਾ ਮੈਂ ਰੋਟੀ ਕਿੱਥੋਂ ਖਾਵਾਂਗੀ, ਕੀ ਕਰਾਂਗੀ? ਮੈਂ ਉੱਥੇ ਰੋਂਦੀ ਰਹੀ। ਉਹਨੂੰ ਮੇਰੇ ਤੇ ਤਰਸ ਆ ਗਿਆ, ਉਹਨੇ 5,000 ਚ ਮੈਨੂੰ ਕਮਰਾ ਦੇ ਦਿੱਤਾ। ਕੋਈ ਮਾੜਾ ਜਿਹਾ ਨਹੀਂ, ਮਾੜਾ ਜਿਹਾ ਨਹੀਂ, ਕਮਰੇ ਸਾਰੇ ਇੱਕੋ ਜਿਹੇ ਸਨ। ਉਹ ਤਾਂ ਮੌਸਮ ਬੜਾ ਪਿਆਰਾ ਸੀ। ਮੈਂ ਕਿਹਾ ਕਮਰੇ ਦੇ ਨਾਲ ਉਹਨਾਂ ਤੁਹਾਨੂੰ ਕੀ ਦਿੱਤਾ? ਕਮਰਾ ਹੀ ਸਿਰਫ ਦਿੱਤਾ ਬੇਟਾ। ਅੱਛਾ ਹੁਣ ਉੱਥੋਂ ਜਨਾਬ ਜੀ ਮੈਂ ਕਿਹਾ ਮੈਂ ਨਾ ਜ਼ਰਾ 1-2 ਬਿਸਕਿਟ ਵਗੈਰਾ ਕੋਈ ਲੈ ਆਵਾਂ, ਕਿਉਂਕਿ ਉੱਥੇ ਖਾਣਾ ਪੀਣਾ ਨਹੀਂ ਸੀ, ਕਹਿੰਦੀ ਬਾਹਰੋਂ ਖਾਣਾ। ਉਹਨੇ ਕਿਹਾ ਨਾਲ ਹੀ ਅੱਗੇ ਸ਼ੌਪ ਹੈ। ਮੈਂ ਐਵੇਂ 10 ਕਦਮ ਚੱਲ ਕੇ ਗਈ, ਉੱਥੇ 2 ਕਾਲੇ ਜੇ ਅਜੀਬ ਜੇ ਬੰਦੇ। ਉਹਨਾਂ ਨੇ ਨਹੀਂ ਵੇਖਿਆ ਕਿ ਬਈ ਮਾਈ ਏ, ਔਰਤ ਏ, ਬਜ਼ੁਰਗ ਏ, ਜਾਂ ਆਪਾ ਦੀ ਉਮਰ ਦੀ, ਉਹਨਾਂ ਦੀ ਵੀ ਕੋਈ ਮਾਂ ਭੈਣ ਹੁੰਦੀ ਹੋਏਗੀ ਨਾ। ਤੇ ਉੱਥੇ ਮੈਂ ਗਈ ਦੁਕਾਨ ਤੇ, ਮੈਂ ਭਾਈ ਕੋਲੋਂ ਬਿਸਕੁਟ, ਇਹ ਦੁਕਾਨਦਾਰ ਬੜਾ ਅੱਛਾ ਸੀ, ਉਹਦੀ ਬੁੱਢੀ ਵੀ ਆ ਗਈ, ਉਹਦਾ ਘਰ ਮੈਂ ਦੱਸਣੀ ਆ ਨਾ, ਉਹ ਦੁਕਾਨਦਾਰ ਵੀ ਕਾਲਾ ਹੀ ਸੀ। ਉਹਦੀ ਬੁੱਢੀ ਬੜੀ ਸੀ, ਉਹ ਅੰਦਰੋਂ ਚਾਹ ਲੈ ਕੇ ਗਈ, ਉਹਨੇ ਮੈਨੂੰ ਪਛਾਣ ਲਿਆ। ਉਹ ਕਹਿੰਦੀ ਏ ਕਾਲੇ ਦੀ ਬੁੱਢੀ ਨੇ ਪਛਾਣ ਲਿਆ? ਕਾਲੇ ਦੀ ਬੁੱਢੀ ਨੇ ਵੀ, ਤੇ ਕਾਲੇ ਨੇ ਵੀ। ਉਹਨੇ ਕਿਹਾ ਤੁਸੀਂ ਤੇ ਸੁਪਰਸਟਾਰ ਹੋ ਸਨਾਪਾ। ਉਹ ਕਾਲੇ ਇਹਦੇ ਬਰਾਦਰੀ ਤੇ ਨੇ, ਤਦੇ ਬਾਰ-ਬਾਰ ਉਹਨਾਂ ਦਾ ਪੁੱਛ ਰਿਹਾ ਕਾਲੇ ਤੇਰੀ ਬਰਾਦਰੀ। ਇਹਨੂੰ ਕਾਲੇ ਪਸੰਦ ਬੜੇ ਨੇ ਇਹਨਾਂ ਨੇ। ਇਹ ਜੁਗਤ ਕਰਦੀ ਹੈ ਨਾ, ਇਹਨੂੰ ਥੋੜੀ ਜਿਹੀ ਚੀਨੀ ਚਟਾਓ, ਮਿੱਠੀਆਂ ਦਿੱਤਾ। ਤੇ ਅੱਛਾ ਉਹ ਨਾ ਉਹਦੇ ਵਾਸਤੇ ਚਾਹ ਲੈ ਕੇ ਆਈ ਅੰਦਰੋਂ, ਤੇ ਬੁੱਢੀ ਉਹਦੀ ਬੜੀ ਸੋਹਣੀ, ਤੇ ਕਾਲਾ ਬੜਾ ਭੈੜਾ, ਤੇ ਕਹਿੰਦਾ ਸ਼ੀ ਇਜ਼ ਮਾਈ ਵਾਈਫ। ਉਹਨੇ ਕਿਹਾ ਸਨਾਪਾ। ਉਹਨੇ ਕਿਹਾ ਯੂ ਲਾਈਕ ਸ਼੍ਰੀਲੰਕਨ ਟੀ? ਮੈਂ ਕਿਹਾ ਹਾਂ ਮੈਂ ਪੀਊਂਗੀ।
ਉਹ ਉਹਦੀ ਬੁੱਢੀ ਮੇਰੇ ਲਈ ਸਪੈਸ਼ਲ ਸੱਚੀ ਮੁੱਚੀ ਬਣਾ ਕੇ ਲਿਆਈ ਠੀਕ ਹੈ ਉਹਨੇ ਚਾਹ ਪਿਆਈ ਤੇ ਇਹਨੇ ਚੋਂ 2 ਕਾਲੇ ਜਿਹੜੇ ਉਹਦੇ ਕੋਲ ਸੌਦਾ ਲੈਣ ਆ ਰਹੇ ਸਨ ਉਹ ਇੰਜ ਮੈਨੂੰ ਪੂਰਾ ਇੰਜ ਜਿਵੇਂ ਉਹਨਾਂ ਨੇ ਪਤਾ ਨਹੀਂ ਕਿੰਨੀ ਸ਼ਰਾਬ ਪੀਤੀ ਤੇ ਆ ਕੇ ਬਿਲਕੁਲ ਇੰਜ ਖਲੋ ਗਏ ਤੇ ਮੈਨੂੰ ਇੰਜ ਮੈਂ ਡਰ ਗਈ ਮੈਂ ਦੌੜਨ ਲੱਗ ਪਈ ਬੇਟਾ ਹੋਰ ਮੈਂ ਉਹਨੂੰ ਜੱਫੀ ਪਾ ਲੈਂਦੀ ਤੁਸੀਂ ਪਹਿਲੀ ਵਾਰੀ ਕਾਲੇ ਵੇਖੇ ਮੈਂ ਤੇ ਪਹਿਲੀ ਵਾਰੀ ਉਹੋ ਜਿਹੇ ਕਾਲੇ ਵੇਖੇ इसकी तो बिरादरी है ਜਨਾਬ ਜੀ ਇੰਜ ਅੱਖਾਂ ਵੀ ਉਹਦੀਆਂ ਟੀਰੀਆਂ इसकी तो बिरादरी है ना वो ਅੱਛਾ ਅੱਛਾ ਉੱਥੇ ਨਾ ਉਹ ਮੈਨੂੰ ਕਹਿੰਦਾ ਡਰੋ ਨਾ ਬਾਜੀ ਅਸੀਂ ਇੱਜ਼ਤਦਾਰ ਲੋਕ ਆ ਤੁਸੀਂ ਮੇਰੀ ਦੁਕਾਨ ਤੇ ਖੜੇ ਹੋ ਮੇਰੀ ਭੈਣ ਨੂੰ ਕੋਈ ਐਸੀ ਗੱਲ ਨਹੀਂ ਨਾਲ ਹੀ ਉਹਦਾ ਉੱਥੇ ਨਾ ਰਕਸ਼ਾ ਵੀ ਖੜਾ ਸੀ ਮੈਂ ਕਿਹਾ ਰਕਸ਼ਾ ਕਿਹਦਾ ਕਹਿੰਦਾ ਬਾਜੀ ਮੇਰਾ ਹੈ ਖੈਰ ਮੈਂ ਕਾਲਿਆਂ ਤੋਂ ਡਰ ਕੇ ਜਦੋਂ ਦੌੜਨ ਲੱਗੀ ਉਹਨੇ ਮੈਨੂੰ ਰੋਕ ਲਿਆ ਕਾਲਿਆਂ ਤੋਂ ਡਰ ਕੇ ਦੌੜਨ ਲੱਗੀ ਮੈਂ ਕਾਲਿਆਂ ਨੇ ਦੌੜ ਬਣਾ ਲਿਆ ਸੀ ਜ਼ੇਨ ਯਾਰ ਉਹ ਵੇਖ ਹੀ ਜਨਰੇਸ਼ਨ ਮੈਂ ਡਰ ਗਈ ਤੁਹਾਨੂੰ ਜ਼ੇਨ ਬਣ ਗਿਆ ਕਿ ਕਾਲੇ ਕੁਝ ਕਰਨਗੇ ਮੈਂ ਕਿਹਾ ਪਤਾ ਨਹੀਂ ਪ੍ਰਦੇਸ਼ ਹੈ ਉਤੋਂ ਸ੍ਰੀਲੰਕਾ ਵਰਗਾ ਮੁਲਕ ਹੈ ਕੀ ਹੋਵੇ ਮੇਰੇ ਨਾਲ ਇੰਨੀ ਕਿੱਥੇ ਕਿਸਮਤ ਕੇ ਮੈਨੂੰ ਫੜਨ ਉਸ ਤੋਂ ਬਾਅਦ ਜਨਾਬ ਜੀ ਮੈਂ ਰਕਸ਼ਾ ਨੂੰ ਕਿਹਾ ਮੈਂ ਕਿਹਾ ਭਾਈ ਨਾ ਹੁਣ ਜੋ ਹੋਣੀ ਸੀ ਜ਼ਲਾਲਤ ਮੇਰੇ ਨਾਲ ਹੋ ਗਈ ਹੋਟਲ ਵੀ ਮੈਂ ਲੱਭ ਲੁੱਭ ਕੇ ਕਰ ਲਿਆ ਮੈਨੂੰ ਥੋੜਾ ਜਿਹਾ ਕੋਈ ਬੀਜ ਬੂਜ ਇੱਥੇ ਘੁਮਾ ਦਿਓ ਤੇ ਨਾਲ ਵਾਪਸੀ ਤੇ ਰੋਟੀ ਲੈਣੀ ਹੈ ਕਿੰਨੇ ਪੈਸੇ ਲੋਗੇ ਉਹਨੇ ਕਿਹਾ ਜੀ 3000 ਰੁਪਇਆ ਮੈਂ ਕਿਹਾ ਨਹੀਂ ਭਾਈ 1500 ਚ ਮੈਂ ਉਹਦੇ ਨਾਲ ਮੁੱਕੀ ਉਹ ਕਾਲੇ ਹਾਂ 5000 ਹੋਟਲ ਦਾ ਕਮਰਾ ਇਹਦਾ ਕਿਰਾਇਆ ਦਿੱਤਾ ਹੁਣ ਮੇਰੇ ਕੋਲ 6500 ਸੀ ਬਾਕੀ ਅੱਛਾ ਤੁਸੀਂ ਕਾਲੇ ਨਾਲ ਕਿੰਨੇ ਚ ਮੁੱਕੇ ਆਇਓ ਮੈਂ ਜਦੋਂ ਗਿਆ ਮੈਂ ਕਾਲੀ ਨਾਲ ਮੁੱਕਿਆ 1200 ਦੀ ਰਕਸ਼ਾ ਸੀ ਕਾਲੀ ਵੀ ਰਕਸ਼ਾ ਚਲਾਉਂਦੀ ਸੀ You are such a ਅੱਛਾ cheap guy. ਉਹ ਮੈਨੂੰ ਲੈ ਕੇ ਫਿਰਿਆ ਇਹ ਵਲੌਗ ਸਾਡੇ ਵਲੌਗ ਵਿੱਚ ਕਲਿੱਪ ਲੱਗੇ ਹੋਏ ਨੇ ਲੋਕ ਦੇਖਣਗੇ ਠੀਕ ਹੈ ਤੇ ਉਹ ਜਨਾਬ ਉੱਥੇ ਫਿਰੀ ਟੁਰੀ ਫਿਰ ਮੈਂ ਵਾਪਸੀ ਤੇ ਨਾ ਕਹਿ ਰੋਟੀ ਲੈਣੀ ਹੁਣ ਮੈਨੂੰ ਟੈਨਸ਼ਨ ਹਰਾਮ ਲਾਲ ਦੀ ਮੈਂ ਕਿਹਾ ਇੱਥੋਂ ਦਾਲ ਸਬਜ਼ੀ ਤੇ ਰੋਟੀ ਲੈ ਲੈਣੇ ਆ ਉਹ ਪਤਾ ਹਰਾਮ ਲਾਲ ਕੀ ਹਰਾਮ ਲਾਲ ਗੋਸ਼ ਵਾਲਾ ਗੋਸ਼ ਕੰਜਰਾ ਜਿਹੜਾ ਤੂੰ ਖਾਣਾ ਹੈ ਅੱਛਾ ਤੇ ਉਹ ਜਨਾਬ ਉੱਥੇ ਮੈਂ ਹੋਟਲ ਬੜਾ ਸੋਹਣਾ ਹੋਟਲ ਉਸ ਤੋਂ ਪਹਿਲੇ ਨਾ ਮੈਂ ਗੁੱਸੇ 'ਚ ਇੱਕ ਵੀਡੀਓ ਬਣਾਈ ਟਰੈਵਲ ਏਜੰਟ ਦੇ ਖਿਲਾਫ ਕਿਉਂਕਿ ਉਹਨੇ ਸ਼ੁਰੂ ਤੋਂ ਲੈ ਕੇ ਐਂਡ ਤੱਕ ਮੇਰੇ ਨਾਲ ਗਲਤ ਬਿਆਨੀ ਕੀਤੀ ਬਿਲਕੁਲ ਸਹੀ ਮੈਂ ਮੈਂ ਰੋ ਪਈ ਜਦੋਂ ਘਬਰਾ ਗਈ ਮੈਂ ਉੱਥੋਂ ਵੀਡੀਓ ਛੱਡੀ ਵੀਡੀਓ ਪਾਈ 1 ਮਿਲੀਅਨ ਤੇ ਚਲੀ ਗਈ ਘੰਟੇ 'ਚ ਨਹੀਂ ਤੁਹਾਡੀ ਵੀਡੀਓ ਤੇ ਇੰਜ ਜਾਂਦੀ ਹੈ ਠੀਕ ਹੈ ਉਹ ਜਨਾਬ ਮੈਂ ਰੋ ਕੇ ਲੋਕਾਂ ਨੂੰ ਦੱਸਿਆ ਲੋਕਾਂ ਨੇ ਕੱਢੀਆਂ ਗਾਲਾਂ ਟਰੈਵਲ ਵਾਲੇ ਨੂੰ ਟਰੈਵਲ ਵਾਲਾ ਕੰਮੇ ਉਹਦਾ ਬਿਜ਼ਨਸ ਖਰਾਬ ਹੋ ਰਿਹਾ ਸੀ ਇੱਥੇ ਤੁਸੀਂ ਉਹਦੇ ਘਰ ਬੰਦੇ ਭੇਜਨੇ ਸਨ ਮੈਂ ਆ ਕੇ ਆਪ ਪਹੁੰਚਣਾ ਸੀ ਬੇਟਾ ਹੈ ਉਹ ਜਨਾਬ ਮੈਂ ਉੱਥੇ ਜਦੋਂ ਨਹੀਂ ਤੁਹਾਡਾ ਉਹਦਾ ਟਾਈਮ ਹੋਇਆ ਸੀ ਸੁਣ ਤੇ ਸਹੀ ਜਦੋਂ ਰੋਟੀ ਵਾਲੇ ਹੋਟਲ ਪਹੁੰਚੀਆਂ ਹੋਟਲ ਬੜਾ ਸੋਹਣਾ ਉਹ ਮੈਂ ਵਲੌਗ 'ਚ ਵਿਖਾਇਆ ਉੱਥੇ ਮੈਂ ਪੁੱਛਿਆ ਕਿੰਨੇ ਦੀ ਰੋਟੀ ਕਹਿਣ ਲੱਗੇ 200 ਰੁਪਏ ਦੀ ਮੈਂ ਕਿਹਾ ਦਾਲ ਦੀ ਪਲੇਟ ਕਿੰਨੇ ਦੀ ਕਹਿੰਦੇ 1200 ਦੀ ਮੈਂ ਕਿਹਾ ਅੱਛਾ ਮੈਂ ਕਿਹਾ ਡੋਸਾ ਕਿੰਨੇ ਦਾ ਉਹਨੇ ਕਿਹਾ 400 ਦਾ ਮੈਂ ਕਿਹਾ ਇੱਕ ਪੈਕ ਕਰ ਦੇ ਇੰਡੀਅਨ ਡੋਸਾ ਸਹੀ ਹੈ ਡੋਸਾ ਮਸਾਲਾ ਡੋਸਾ ਮਸਾਲਾ ਉਹ ਮੈਂ ਖਾਦਾ ਪੀਤਾ ਰਾਤ ਖੈਰ ਮੈਂ ਲਾਈਵ ਆਈ ਬੈਠੀ ਮੈਂ ਟਰੈਵਲ ਏਜੰਟ ਨੂੰ ਰਾਤੀ ਲਾਈਵ ਤੇ ਵੀ ਬੜੀਆਂ ਗਾਲਾਂ ਕੱਢੀਆਂ ਖੈਰ ਸਭ ਨੇ ਵੀਡੀਓ ਵੇਖ ਕੇ ਮੇਰੇ ਜਿੰਨੇ ਟਿਕਟੌਕ ਤੇ ਭੈਣ ਭਰਾ ਨੇ ਬੱਚੇ ਨੇ ਔਰ ਮੇਰੇ ਆਪਣੇ ਮਿਲਣ ਆਵੇ ਸਾਰੇ ਉਹ ਜਿਵੇਂ ਮੈਂ ਹੋਟਲ ਬੜੀ ਵਾਈਫਾਈ ਕਨੈਕਟ ਹੋਇਆ ਮੈਨੂੰ ਇੰਜ ਫੋਨ ਆਏ ਜਿਵੇਂ ਗਰੀਬ ਦੇ ਬਾਲ ਨੂੰ ਛਿੱਤਰ ਵੱਜਦੇ ਨੇ ਫੋਨ ਤੁਹਾਨੂੰ ਬੜੇ ਹੁੰਦੇ ਕੋਈ ਫੋਨ ਨਹੀਂ ਆਂਦਾ ਉਹ ਬੁਰੇ ਟਾਈਮ ਹੀ ਚਾਹੇ ਕਿ ਆਪਾਂ ਕਿੱਥੇ ਫਸ ਗਈਏ ਤੈਨੂੰ ਕੀ ਚਾਹੀਦਾ ਤੈਨੂੰ ਹਰ ਚੀਜ਼ ਦਾਂਗੇ ਮੈਂ ਤੇ ਲੋਕਾਂ ਨੂੰ ਵੀ ਕਹਾਂਗੀ ਕਦੀ ਵੀ ਟਰੈਵਲ ਏਜੰਟ ਤੇ ਯਕੀਨ ਨਾ ਕਰੋ ਆਪਣੀ ਬੁਕਿੰਗਾਂ ਸਾਰੀਆਂ ਖੁਦ ਕਰਾਓ ਸਾਰਾ ਕੁਝ ਸਿਰਫ ਉਹਨਾਂ ਕੋਲੋਂ ਟਿਕਟ ਪਰਚੇਜ਼ ਕਰੋ ਔਰ ਟਿਕਟ ਵਿੱਚ ਵੀ ਅਗਰ 에ਅਰਲਾਈਨ ਵਿੱਚ ਜਿਵੇਂ ਮੈਨੂੰ ਹੋਟਲ ਨਹੀਂ ਮਿਲਿਆ ਕੁਝ ਨਹੀਂ ਹੋਇਆ ਸਾਰਾ ਕੁਝ ਵਾਪਸ ਕਰ ਦੇਣੇ 에ਅਰਲਾਈਨ ਨੂੰ ਅਗਰ ਤੁਸੀਂ ਜੀਮੇਲ ਕਰੋ ਜਾਂ ਕੰਪਲੇਨ ਕਰੋ ਤੇ ਮੈਂ ਤਾਂ ਸੋਚਿਆ ਸੀ ਮੈਂ 에ਅਰਲਾਈਨ ਤੇ ਵੀ ਕੇਸ ਕਰਾਂਗੀ ਤੇ ਟਰੈਵਲ ਏਜੰਟ ਤੇ ਵੀ ਹੁਣ ਜਦੋਂ ਮੈਂ ਉੱਥੇ ਸਾਰਾ ਫਿਰ ਕੇ ਰਾਤੀ ਟਾਈਮ ਸਿਰ 에ਅਰਪੋਰਟ ਉਸੇ ਰਕਸ਼ੇ ਵਾਲੇ ਨੂੰ ਮੈਂ ਕਿਹਾ ਤੈਨੂੰ ਰੁਪਈਆ 500 ਦਾਂਗੀ ਸਵੇਰ 4 ਵਜੇ ਮੈਨੂੰ 에ਅਰਪੋਰਟ ਤੇ ਤੂੰ ਰਕਸ਼ੇ ਵਾਲਾ ਤੁਹਾਡੇ ਨਾਲ ਸੈੱਟ ਹੋ ਗਿਆ ਭਰਾ ਬਣ ਗਿਆ ਮੇਰਾ ਉਹਨੇ ਖੈਰ ਮੈਨੂੰ ਪੂਰਾ ਸ੍ਰੀਲੰਕਾ ਘੁਮਾਇਆ ਪੂਰਾ ਰਕਸ਼ੇ ਤੇ ਠੀਕ ਹੈ ਉਸ ਤੋਂ ਬਾਅਦ ਉਹਨੇ ਮੈਨੂੰ ਨਾ ਉੱਥੋਂ ਰੋਟੀ ਲੈ ਕੇ ਉੱਥੋਂ ਮੈਂ ਡੋਸਾ ਲੈ ਕੇ ਹੋਟਲ ਆਈ ਖਾਦਾ ਪੀਤਾ 6 ਘੰਟੇ ਟਿਕਾ ਕੇ ਸੁੱਤੀ ਉੱਠ ਕੇ ਸਵੇਰ 4 ਵਜੇ ਰਕਸ਼ੇ ਵਾਲਾ ਟਾਈਮ ਸਿਰ ਆ ਗਿਆ ਲੈਣ ਸਮਾਨ ਰੱਖਿਆ ਤੇ 에ਅਰਪੋਰਟ ਪਹੁੰਚੀ ਆ ਤੇ ਹੁਣ ਮੈਂ ਫੁੱਲ ਜ਼ੇਨ ਚ ਕੇ ਲਾਹੌਰ ਪਹੁੰਚ ਗਈ ਪਹਿਲੇ ਤੇ ਕੁੱਟਣਾ ਫਿਰ ਉਸ ਤੋਂ ਬਾਅਦ ਟਰੈਵਲ ਏਜੰਟ ਨੇ ਕੇਸ ਕਰਨਾ ਹੁਣ ਮੈਂ ਲਾਹੌਰ 에ਅਰਪੋਰਟ ਜਦੋਂ ਪਹੁੰਚੀ ਆ ਇੱਥੇ ਵੀ VIP ਪ੍ਰੋਟੋਕਾਲ ਪਾਕਿਸਤਾਨ ਤੇ ਮੇਰੀ ਪਹਿਚਾਨ ਸਾਰੇ 에ਅਰਪੋਰਟ ਨੇ ਚਾਹ ਪਾਣੀ ਇੰਜ ਕਰਕੇ ਮੈਂ ਬਾਹਰ ਨਿਕਲੀ ਤੇ ਟਰੈਵਲ ਏਜੰਟ ਤੇ ਉਹਦੇ ਦਫ਼ਤਰ ਦੀ ਇੱਕ ਕੁੜੀ ਫੁੱਲ ਤੇ ਚਾਕਲੇਟਾਂ ਫੜ ਕੇ ਖਲੋਤੇ ਮੇਰੇ ਲਈ ਮੈਂ ਉੱਥੇ ਹੀ ਜੁੱਤੀ ਲਾ ਲਈ ਤੇ ਗਾਲਾਂ ਕੱਢਣੀਆਂ ਸ਼ੁਰੂ ਕਰਤੀਆਂ ਮੈਂ ਕਿਹਾ ਮੈਂ ਹੁਣ ਤੇਰੇ ਤੇ ਕਰਨਾ ਕੇਸ ਕਹਿੰਦਾ ਆਪਾਂ ਛੱਡ ਦੇ ਫਿਰ ਉਹਨੇ ਮੇਰਾ ਗੁੱਸਾ ਠੰਡਾ ਕੀਤਾ ਮਾਫੀ ਮੰਗੀ ਆਪਣੀ ਗਲਤੀ ਐਕਸੈਪਟ ਕੀਤੀ 에ਅਰਲਾਈਨ ਤੇ ਕੰਪਲੇਨ ਕਹਿੰਦਾ ਮੈਂ ਰਾਤੀ ਹੀ ਜੀਮੇਲ ਉਹਨਾਂ ਨੂੰ ਕਰਤਾ ਸੀ ਮੈਨੂੰ ਟਿਕਟ ਦੇ ਪੈਸੇ ਵੀ ਵਾਪਸ ਮਿਲੇ ਠੀਕ ਹੈ
ਤੇ ਰੁਪਈਆ 500 ਮੇਰੇ ਕੋਲ ਸ੍ਰੀਲੰਕਨ ਬਚਿਆ ਜਿਹੜਾ ਉਹ ਮੈਂ ਫਿਰ 에어ਪੋਰਟ ਤੇ ਜਿਹੜੀ ਬਾਥਰੂਮ ਵਾਲੀਆਂ ਹੁੰਦੀਆਂ ਉਹਨਾਂ ਨੂੰ ਦੇ ਦਿੱਤਾ ਤੇ ਮੈਂ ਪਹੁੰਚੀ ਤੇ ਪਹਿਲਾ ਮੇਰਾ ਟਾਰਗੇਟ ਸੀ ਤੂੰ ਤੇਰੀ ਵਜ੍ਹਾ ਤੋਂ ਮੈਂ ਜ਼ਲੀਲ ਹੋਈ ਆ ਲਓ ਜੀ ਤੁਸੀਂ ਸਾਰਾ ਵਾਕਿਆ ਸੁਣਿਆ ਤੁਸੀਂ ਗਵਾਹ ਹੋ ਕਿ ਸਨਾ ਆਪਾਂ ਜਿਹੜੇ ਨੇ ਉਹ ਗਏ ਨੇ 250 ਚ 3 ਮੁਲਕ ਵੀ ਠਹਿਰਾਏ ਨੇ ਯਾਸ਼ੀ ਵੀ ਕੀਤੀ ਹੈ ਲੇਕਿਨ ਇਹਨਾਂ ਦਾ ਸਭ ਤੋਂ ਵੱਡਾ ਝੂਠ ਹੈ ਕਿ ਮਤੀਰ ਮੁਹੰਮਦ ਜਿਹੜਾ ਮਲੇਸ਼ੀਆ ਦਾ ਸਦਰ ਹੈ ਉਹ ਇਹਨਾਂ ਦੇ ਪ੍ਰੋਟੋਕੋਲ 'ਚ ਕਿਉਂ ਲੇਟ ਕਰ ਗਿਆ ਅਗਰ ਝੂਠਿਆਂ ਦੇ ਸਿਰ ਦੇ ਉੱਤੇ ਸਿੰਘ ਹੁੰਦੇ ਤੇ ਸਣਾ ਆਪਾਂ 12 ਸਿੰਘੀ ਸੀ ਵੇ ਚੱਲ ਵੇ ਮੇਰੀ ਗੱਲ